वाहिगुरु जी का खालसा, वाहिगुरु जी की फतेह। वॉइस ऑफ मंथा पर आप सबका स्वागत है। हम सैटरडे शनिचरवार को हमेशा ही जो हमारे धार्मिक, सामाजिक और राजनीतिक मुद्दों उन पर बात करते हैं। आज जो है कौमिया कल्लू करा जिसे कहते हैं, उस पर बात जो है वो करने के लिए हाजिर हुए हैं। और एक इतिहासक ਦਿਹਾੜਾ ਹੈ ਜਿਹੜਾ ਪਿਛਲੇ 2-3 ਦਿਨਾਂ ਦੇ ਵਿੱਚ ਗੁਜ਼ਰਿਆ। ਤੇ ਇਹਦੇ ਵਿੱਚ ਕਿਉਂਕਿ ਕੋਈ ਵੀ ਕੌਮਾਂ ਨਾ ਜੋ ਸੰਘਰਸ਼ ਦੇ ਰਾਹ ਦੇ ਉੱਤੇ ਹੁੰਦੀਆਂ, ਤੇ ਫਿਰ ਉਹ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਦੇ ਰਾਹ ਦੇ, ਜਿੱਦਾਂ ਮੇਘਰਾਜ ਸਿੰਘ ਜੀ ਕਹਿੰਦੇ ਨੇ ਨਾ ਵੀ ਅਸੀਂ ਜਿੰਦੇ ਲੋਕਾਂ ਦੇ ਨਾਲ ਸਾਡਾ ਸੰਬੰਧ ਹੈ, ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਜਿੰਦੇ ਲੋਕ ਜਿਹੜੇ ਹੈਗੇ ਆ, ਜਿਹੜੇ ਜਿੰਦਾ ਲੋਕ ਆ, ਅਸੀਂ ਉਹਨਾਂ ਨੂੰ ਯਾਦ ਰੱਖੀਏ। ਜਿੰਦਾ ਇਨਸਾਨ ਜਿਹੜਾ ਹੈਗਾ ਸਿਰਫ ਸਰੀਰ ਦੇ ਤਲ ਤੇ ਨਹੀਂ ਜਿੰਦਾ, ਆਤਮਾ ਦੇ ਤਲ ਤੇ ਜੀਣਾ ਬਹੁਤ ਜ਼ਰੂਰੀ ਹੈ। ਆਤਮਾ ਦੇ ਵਾਸਤੇ, ਸੱਚ ਦੇ ਵਾਸਤੇ ਕੁਰਬਾਨੀ ਦੀ ਜ਼ਰੂਰਤ ਹੁੰਦੀ ਹੈ, ਤੇ ਇਹਦੇ ਵਾਸਤੇ ਜਿਹੜੀ ਹੈਗੀ ਕੁਰਬਾਨੀ ਕਰਨੀ ਪੈਂਦੀ ਹੈ। ਤੇ ਇਹਨੂੰ ਜੇ ਅਸੀਂ ਹਿੰਦੀ ਵਿੱਚ ਕਹੀਏ ਤਾਂ ਇੱਕ ਨਰਸੰਹਾਰ ਕਹਿ ਸਕਦੇ ਹਾਂ। ਨਰਸੰਹਾਰ ਜਿਹੜਾ ਹੈਗਾ ਸਿੱਖ ਕੌਮ ਦੇ ਵਿੱਚ 3 ਤਰ੍ਹਾਂ ਦੇ ਜਿਹੜੇ ਹੈਗੇ ਆ ਘੱਲੂਘਾਰੇ ਜਿਨ੍ਹਾਂ ਨੂੰ ਕਹਿੰਦੇ ਆ, ਉਹ ਹੋਏ ਆ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਤੇ ਇੱਕ 1984 ਦੇ ਇੰਦਰਾ ਗਾਂਧੀ ਦੇ ਕਤਲੇਆਮ ਤੋਂ ਬਾਅਦ ਦੇ ਵਿੱਚ, ਉਹਦੀ ਮੌਤ ਤੋਂ ਬਾਅਦ ਵਿੱਚ ਵਰਤਿਆ ਸਿੱਖਾਂ ਦੇ ਉੱਤੇ ਇੱਕ ਅਕਹਿ ਤੇ ਅਸਹਿ ਭਾਣਾ ਸੀ ਉਹ। ਇਹਨਾਂ ਤਿੰਨਾਂ ਨੂੰ ਹਮੇਸ਼ਾ ਹੀ ਕੌਮ ਜਿਹੜੀ ਹੈ ਹਮੇਸ਼ਾ ਯਾਦ ਰੱਖਦੀ ਹੈ ਤੇ ਯਾਦ ਰੱਖਦੀ ਰਹੇਗੀ। ਅੱਜ ਅਸੀਂ ਛੋਟੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਜਿਹੜੀ ਹੈਗੀ ਗੱਲਬਾਤ ਕਰਨ ਜਾ ਰਹੇ ਹਾਂ। ਭਾਈ ਦਿਲਬਾਗ ਸਿੰਘ ਜੀ ਬਲੇਰ ਸਾਹਿਬ ਉਹ ਸਾਡੇ ਨਾਲ ਜੁੜ ਰਹੇ ਆ, ਕਿਉਂਕਿ ਕੌਮ ਜਿਹੜੀ ਹੈ, ਕੌਮ ਨੂੰ ਬਹੁਤ ਸੰਘਰਸ਼ ਦਾ ਸਾਹਮਣਾ ਜਿਹੜਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੇ ਵਿੱਚ, ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰਾਜ 1716 ਤੱਕ ਰਿਹਾ, ਉਹ ਤੋਂ ਬਾਅਦ ਵਿੱਚ ਸਿੱਖ ਜਿਹੜੇ ਆ ਇਹਨਾਂ ਨੂੰ ਬਹੁਤ ਵੱਡੇ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। 1798 ਤੱਕ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਉੱਤੇ ਸਿੱਖ ਰਾਜ ਕਾਇਮ ਕੀਤਾ, ਉਹਦੇ ਦਰਮਿਆਨ ਜੋ 70-80 ਸਾਲ ਦਾ ਜਿਹੜਾ ਸਮਾਂ ਸੀ, ਉਹ ਸਾਡੇ ਵਡੇਰਿਆਂ ਨੇ, ਬਜ਼ੁਰਗਾਂ ਨੇ ਜਿਹੜਾ ਹੈ ਉਹ ਜੰਗਲਾਂ ਦੇ ਵਿੱਚ ਸੰਘਰਸ਼ ਕਰਦੇ ਹੋਏ ਜਿਹੜਾ ਹੈ ਗੁਜ਼ਾਰਿਆ। ਇਹਦੇ ਦੌਰਾਨ ਜਿਹੜਾ ਹੈਗਾ ਇਹ ਸਾਕਾ ਜਿਹੜਾ ਹੈ ਬਹੁਤ ਵੱਡਾ ਸਾਕਾ, ਜਿਹਦੇ ਵਿੱਚ ਸਿੰਘਾਂ ਨੇ, ਅਨੇਕਾਂ ਸਿੰਘਾਂ ਨੇ ਤੇ ਉਹਨਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ। ਉਹਦੇ ਸਬੰਧ ਦੇ ਵਿੱਚ ਜਿਹੜਾ ਅੱਜ ਦੀ ਵਿਚਾਰ ਜਿਹੜੀ ਕੀਤੀ ਜਾ ਰਹੀ ਹੈ ਛੋਟੇ ਘੱਲੂਘਾਰੇ ਦੇ ਸਬੰਧ ਦੇ ਵਿੱਚ। ਭਾਈ ਦਿਲਬਾਗ ਸਿੰਘ ਜੀ ਬਲੇਰ, ਇਹ ਤੋਂ ਪਹਿਲਾਂ ਕੀ ਕਾਰਨ ਵਾਪਰਦੇ ਆ, ਕਿੱਦਾਂ ਸਿੰਘ ਸੰਯੁਕਤ ਹੁੰਦੇ ਸੀ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਵੀ ਸ਼ੁਰੂ ਕਰ ਸਕਦੇ ਹਾਂ ਸਾਡਾ ਸਾਰਾ ਪ੍ਰਸੰਗ। ਆਪ ਜਿਹੜਾ ਹੈਗਾ ਚਾਨਣਾ ਪਾਉਣ ਦੀ ਕਿਰਪਾਲਤਾ ਕਰੋ ਜੀ। ਭਾਈ ਦਿਲਬਾਗ ਸਿੰਘ ਜੀ ਬਲੇਰ ਸਾਹਿਬ। सभी आपको बड़े प्यार से मैं फतेह अर्ज करता हूँ। वाहिगुरू जी का खालसा। पंजाबी च कोई नहीं, तुसीं बोल सकते हैं, थोड़ी हिंदी कर सकते हैं। वाहिगुरू जी की फतेह। वाहिगुरू जी का खालसा, वाहिगुरू जी की फतेह जी। वॉइस ऑफ मानवता इस चैनल के पर ਆਪਾਂ ਅੱਜ ਗੱਲ ਕਰਦੇ ਹਾਂ ਸਿੱਖਾਂ ਦੇ ਉੱਪਰ ਹੁਣ ਤੱਕ ਜਿੰਨਾ ਸਰਕਾਰਾਂ ਵੱਲੋਂ, ਹਕੂਮਤਾਂ ਵੱਲੋਂ ਤਸ਼ੱਦਦ ਜ਼ੁਲਮ ਕੀਤਾ ਗਿਆ ਹੈ। ਜ਼ੁਲਮ ਕਰਨ ਵਾਲਿਆਂ ਨੇ ਪੂਰਾ ਆਪਣਾ ਢਿੱਲ ਜ਼ੋਰ ਲਾਇਆ, ਬੇਇੰਤਹਾ ਜ਼ੁਲਮ ਕੀਤੇ ਗਏ, ਸਿਰਾਂ ਦੇ ਮੁੱਲ ਰੱਖੇ ਗਏ, ਬੱਚੇ ਨੇਜਿਆਂ ਦੇ ਉੱਪਰ ਟੰਗੇ ਗਏ, ਭੁੱਖੇ ਰੱਖੇ, ਤਵੀਆਂ ਤੇ ਸਾੜੇ। ਸਾਡੇ ਇੱਕ ਸਿੱਖ ਵਿਦਵਾਨ ਹੋਏ ਨੇ ਗਿਆਨੀ ਰਤਨ ਸਿੰਘ ਜੀ ਭੰਗੂ, ਉਹਨਾਂ ਦਾ ਲਿਖਿਆ ਹੋਇਆ ਬੜਾ ਪਿਆਰਾ ਇੱਕ ਗ੍ਰੰਥ ਹੈ, ਉਸਦਾ ਨਾਮ ਹੈ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਉਸਦਾ ਨਾਮ ਹੈ। ਉਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ 57 ਕਿਸਮਾਂ ਦੇ ਤਸੀਹੇ ਸਾਡਿਆਂ ਬਜ਼ੁਰਗਾਂ ਨੂੰ ਦਿੱਤੇ ਗਏ, ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ ਟੌਰਚਰ ਕੀਤਾ ਗਿਆ। ਤੇ ਇਸ ਵਾਸਤੇ ਕਿ ਜਿਹੜੀ ਮਨੁੱਖੀ ਹੱਕਾਂ ਦੀ ਆਵਾਜ਼ ਸਾਡੇ ਬਜ਼ੁਰਗ ਉਠਾਉਂਦੇ ਸਨ, ਹੱਕ ਸੱਚ ਦੀ ਜੰਗ ਲੜਦੇ ਸਨ, ਤੇ ਸੱਚ ਦੇ ਰਸਤੇ ਤੇ ਚੱਲਦੇ ਸਨ। ਉਹ ਸੱਚ ਦੇ ਰਸਤੇ ਤੋਂ ਪਾਸੇ ਕਰਨ ਵਾਸਤੇ ਤੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ 57 ਕਿਸਮਾਂ ਦੇ ਤਸੀਹੇ ਦਿੱਤੇ ਗਏ। ਪਰ ਸਾਡੇ ਬਜ਼ੁਰਗ ਇੰਨਾ ਜ਼ੁਲਮ ਸਿਤਮ ਆਪਣੇ ਉੱਪਰ ਝੱਲ ਕੇ ਫੇਰ ਵੀ ਅੱਜ ਵੀ ਆਪਾਂ ਦੇਖਦੇ ਹਾਂ ਸਾਡੇ ਗੁਰਦੁਆਰਿਆਂ ਦੇ ਰੂਪ ਵਿੱਚ ਸਿੱਖ ਕੌਮ ਜਿਹੜੀ ਉਹ ਸੇਵਾ ਕਰ ਰਹੀ ਹੈ ਸੰਸਾਰ ਦੇ ਸਾਹਮਣੇ। ਪਰ ਗੱਲ ਜਿਵੇਂ ਹੁਣੇ ਹੀ ਸ਼ੁਰੂਆਤ ਦੇ ਵਿੱਚ ਵੀਰ ਮਨਦੀਪ ਸਿੰਘ ਜੀ ਤੁਸਾਂ ਨੇ ਕੀਤੀ ਹੈ, ਇਹ ਛੋਟਾ ਘੱਲੂਘਾਰਾ ਨਹੀਂ, ਇਸ ਨੂੰ ਸਾਡੇ ਵਿਦਵਾਨਾਂ ਨੇ ਪਹਿਲਾ ਘੱਲੂਘਾਰਾ ਕਿਹਾ ਹੈ।
ਕਿਉਂਕਿ 3-4 ਘੱਲੂਘਾਰੇ ਸਾਡੇ ਤੇ ਹੁਣ ਤੱਕ ਵਾਪਰੇ ਨੇ। ਅਜੇ ਵੀ ਬਹੁਤ ਜ਼ੁਲਮ ਸਾਡੇ ਤੇ ਹੋ ਰਿਹਾ ਹੈ, ਅਗਾਂਹ ਵੀ ਹੁੰਦਾ ਰਹਿਣਾ ਹੈ। ਸਾਡੇ ਇਹ ਪਹਿਲਾ ਘੱਲੂਘਾਰਾ ਹੈ ਜਿਹੜਾ ਮਈ 1746 ਈਸਵੀ ਦੇ ਵਿੱਚ ਵਾਪਰਿਆ। ਅਜੋਕਾ ਪਾਕਿਸਤਾਨ ਦੇ ਵਿੱਚ ਲਹਿੰਦਾ ਪੰਜਾਬ ਜਿਹੜਾ ਪਾਕਿਸਤਾਨ ਦਾ ਏਰੀਆ ਹੈ, ਇੱਥੇ ਜਗ੍ਹਾ ਹੈ ਜਿੱਥੋਂ ਸ਼ੁਰੂਆਤ ਹੁੰਦੀ ਹੈ ਇਸਦੀ। ਮੈਂ ਥੋੜਾ ਜਿਹਾ ਹਿਸਟੋਰੀਕਲ ਗੱਲ ਰੱਖਣ ਲੱਗਾ ਹਾਂ ਆਪ ਜੀ ਦੇ ਸਾਹਮਣੇ ਸਰੋਤਾ ਜਣੋ, ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਐਮਨਾਬਾਦ, ਇਹਨਾਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕਰ ਰਹੇ ਸਨ ਸਾਡੇ ਬਜ਼ੁਰਗ। ਤੇ ਨਾਲ ਉਹਨਾਂ ਦੇ ਪਰਿਵਾਰ ਸਨ, ਬੱਚੇ ਸਨ, ਬੀਬੀਆਂ ਸਨ, ਵੱਡੇ ਕਾਫਲੇ ਦੇ ਰੂਪ ਵਿੱਚ ਵਿਚਰਦੇ ਹੁੰਦੇ ਸਨ। ਜਿਵੇਂ ਅੱਜ ਵੀ ਫੌਜ ਕਿਸੇ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਵਿੱਚ ਜਾਂਦੀ ਹੈ ਤੇ ਫੌਜ ਦੇ ਕੋਲ ਅੱਜ ਵੀ ਗੱਡੀਆਂ ਹੁੰਦੀਆਂ ਨੇ, ਤੰਬੂ ਹੁੰਦੇ ਨੇ, ਉਹਨਾਂ ਦਾ ਸਾਰਾ ਸਾਜੋ ਸਮਾਨ ਹੁੰਦਾ ਹੈ, ਰਾਸ਼ਨ ਹੁੰਦਾ ਹੈ। ਇਸੇ ਤਰ੍ਹਾਂ ਹੀ ਕਿਸੇ ਵੀ ਦੇਸ਼ ਦੀ ਫੌਜ ਆਪਾਂ ਅੱਜ ਵੀ ਦੇਖਦੇ ਹਾਂ। ਇਸੇ ਤਰ੍ਹਾਂ ਸਾਡੇ ਬਜ਼ੁਰਗ ਜਿਹੜੇ ਸੀ ਉਦੋਂ ਖਾਲਸੇ ਆਪਣੇ ਹੱਕਾਂ ਦੀ ਲੜਾਈ ਲੜਦੇ ਹੋਏ ਵਿਚਰਦੇ ਸਨ ਤੇ ਆਪਦੇ ਗੁਰੂ ਦੇ ਸਥਾਨਾਂ ਦੇ, ਇਤਿਹਾਸਕ ਸਥਾਨਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਸਨ। ਜਿਹੜਾ ਅੱਜ ਇਲਾਕਾ ਰਹਿ ਗਿਆ ਪਾਕਿਸਤਾਨ ਦੇ ਵਿੱਚ ਲਹਿੰਦਾ ਪੰਜਾਬ, ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ, ਇਸ ਏਰੀਏ ਵਿੱਚ ਹੋਇਆ ਕੀ ਕਿ ਉਸ ਵੇਲੇ ਜਿਹੜਾ ਲਾਹੌਰ ਦਾ ਸੂਬੇਦਾਰ ਸੀ, ਲਾਹੌਰ ਦਾ ਜਿਹੜਾ ਗਵਰਨਰ ਸੀ, ਜਿਹੜਾ CM ਸੀ, ਉਹ ਸੀ ਉਸ ਵੇਲੇ ਯਹੀਆ ਖਾਨ। ਜ਼ਕਰੀਆ ਖਾਨ ਸੂਬੇਦਾਰ ਹੋਇਆ, CM ਹੋਇਆ ਪੰਜਾਬ ਦਾ, ਇੱਕ ਉਸ ਸਮੇਂ ਮੁਗਲ ਰਾਜ ਦੇ ਵਿੱਚ ਚੀਫ ਮਿਨਿਸਟਰ ਹੋਇਆ। ਉਹਦਾ ਪੁੱਤਰ ਸੀ, ਉਹਦਾ ਨਾਮ ਸੀ ਯਹੀਆ ਖਾਨ। ਯਹੀਆ ਖਾਨ ਉਸ ਦਾ ਨਾਮ ਸੀ। ਤੇ ਉਸ ਦੇ ਦੋ ਅੱਗੇ ਸਿਪਾ ਸਲਾਰ ਸਨ ਜਿਨ੍ਹਾਂ ਦੇ ਨਾਂ ਸਨ ਲਖਪਤ ਰਾਏ ਤੇ ਜਸਪਤ ਰਾਏ। ਤੇ ਮੈਂ ਛੋਟੇ ਜਿਹੇ ਰੂਪ 'ਚ ਗੱਲ ਅੱਗੇ ਲਿਆ ਰਿਹਾ। ਇਹ ਜਿਹੜਾ ਜਸਪਤ ਰਾਏ ਬੰਦਾ ਸੀ, ਹੈ ਸੀ ਹਿੰਦੂ ਕੌਮ ਦੇ ਵਿੱਚੋਂ। ਵੇਖੋ ਕੋਈ ਵੀ ਕੌਮ ਮਾੜੀ ਨਹੀਂ ਹੁੰਦੀ, ਚੰਗੇ ਵੀ ਬੰਦੇ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਹੁਣ ਸਾਡੇ ਸਿੱਖਾਂ ਦੇ ਵਿੱਚ ਬੇਅੰਤੇ ਬੁੱਚੜ ਵਰਗੇ ਵੀ ਹੋਏ ਨੇ, ਇੱਥੇ KPS ਗਿੱਲ ਵਰਗੇ ਵੀ ਹੋਏ ਨੇ। ਇੱਥੇ ਬਹੁਤ ਸਾਰੇ ਸਿੱਖ ਬੰਦੇ ਘਰਾਂ ਦੇ ਵਿੱਚ ਸਿੱਖਾਂ ਦੇ ਘਰਾਂ ਜਨਮ ਲੈ ਕੇ ਦਸਤਾਰਾਂ ਬੰਨਣ ਵਾਲੇ ਹੋਏ ਨੇ, ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕੀਤਾ ਹੈ, ਮਨੁੱਖਤਾ ਤੇ ਜ਼ੁਲਮ ਕੀਤਾ। ਖੈਰ ਇਹਦਾ ਨਾਂ ਸੀ ਜਸਪਤ ਰਾਏ। ਇਹਦਾ ਇੱਕ ਭਰਾ ਸੀ ਛੋਟਾ, ਉਹਦਾ ਨਾਂ ਸੀ ਲਖਪਤ ਰਾਏ। ਇਹ ਜਸਪਤ ਰਾਏ ਥੋੜਾ ਜਿਹਾ ਅੜੀਖੋਰ, ਜਿੱਦੀ ਬੰਦਾ ਸੀ, ਅਹੰਕਾਰਿਆ ਬੰਦਾ ਸੀ। ਇਹਨੇ ਆ ਕੇ ਸਾਡਿਆਂ ਬਜ਼ੁਰਗਾਂ ਨੂੰ, ਬੀਬੀਆਂ, ਬੱਚਿਆਂ ਸਮੇਤ ਜਿਹੜੇ ਗੁਰੂਆਂ ਦੇ ਸਥਾਨਾਂ ਦੇ ਦਰਸ਼ਨ ਕਰ ਰਹੇ ਸਨ, ਗੁਰੂ ਸਾਹਿਬ ਦੇ ਸਥਾਨਾਂ ਦੇ, ਉਹਨਾਂ ਨੂੰ ਵੰਗਾਰਿਆ, ਉਹਨਾਂ ਨੂੰ ਝਿੜਕਿਆ, ਕਹਿਣ ਲੱਗਾ ਕਿ ਤੁਸੀਂ ਇੱਥੋਂ ਚਲੇ ਜਾਓ, ਇਹ ਇਲਾਕਾ ਸਾਰਾ ਮੇਰਾ ਹੈ, ਇੱਥੇ ਤੁਸੀਂ ਰਹਿ ਨਹੀਂ ਸਕਦੇ ਹੋ। ਕਹਿਣ ਲੱਗੇ ਕਿ ਅਸੀਂ ਥੋੜੇ ਸਮੇਂ ਲਈ ਆਏ ਹਾਂ, ਦਰਸ਼ਨ ਦਿਦਾਰੇ ਕਰਕੇ, ਲੰਗਰ ਪ੍ਰਸ਼ਾਦੇ ਬਣ ਰਿਹਾ ਹੈ, ਛਕ ਕੇ ਅਸੀਂ ਚਲੇ ਜਾਣਾ ਹੈ। ਪਰ ਇਹ ਹੰਕਾਰ ਵਿੱਚ ਬੰਦਾ ਬੋਲ ਰਿਹਾ ਸੀ। ਫਿਰ ਇੱਥੋਂ ਗੱਲ ਛਿੜ ਪਈ, ਮੁੱਢ ਇੱਥੋਂ ਵੱਜਾ ਇਸ ਪਹਿਲੇ ਘੱਲੂਘਾਰੇ ਦਾ। ਤੇ ਇਸ ਬੰਦੇ ਨੇ ਆ ਕੇ ਜਦੋਂ ਆਪਣੇ ਹੰਕਾਰ ਨਾਲ ਗੱਲ ਕੀਤੀ ਤਾਂ ਸਿੱਖਾਂ ਨੇ ਇਸ ਨੂੰ ਸਮਝਾਉਣ ਦਾ ਯਤਨ ਕੀਤਾ। ਇਹਨੇ ਹਮਲਾ ਕਰ ਦਿੱਤਾ, ਲੜਾਈ ਸ਼ੁਰੂ ਹੋ ਗਈ। ਇੱਥੇ ਇਸ ਦਾ ਸਿਰ ਲਾਇਆ ਗਿਆ ਇਸ ਪਹਿਲੀ ਲੜਾਈ ਦੇ ਵਿੱਚ। ਜਿਹੜਾ ਹਮਲਾ ਆ, ਮੈਂ ਤੁਹਾਨੂੰ ਦੱਸ ਰੁਕਦਿਆਂ, ਹਾਂਜੀ, ਇਹ ਹਮਲਾ ਨਨਕਾਣਾ ਸਾਹਿਬ ਦੇ ਸਥਾਨ ਦੇ ਤੇ ਨਹੀਂ, ਐਮਨਾਬਾਦ ਰੋੜੀ ਸਾਹਿਬ ਸਥਾਨ ਉੱਥੇ ਗੁਰੂ ਨਾਨਕ ਸਾਹਿਬ ਦਾ, ਜਿੱਥੇ ਭਾਈ ਲਾਲੋ ਦੇ ਕੋਲ ਬੈਠ ਕੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਸੀ ਨਾ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਵਾਲਾ ਸ਼ਬਦ ਜਿੱਥੇ ਉਚਾਰਨ ਕੀਤਾ ਸੀ ਹਜ਼ੂਰ ਨੇ, ਇਹ ਗੁਰਦੁਆਰਾ ਰੋੜੀ ਸਾਹਿਬ ਹੈ। ਇਸ ਜਗ੍ਹਾ ਤੇ ਐਮਨਾਬਾਦ ਇਹ ਘਟਨਾ ਵਾਪਰਦੀ ਹੈ। ਇਹ ਜਸਪਤ ਰਾਏ ਦਾ ਜਦੋਂ ਸਿਰ ਲੈ ਜਾਂਦਾ ਹੈ ਜੰਗ ਦੇ ਵਿੱਚ, ਕਿਉਂਕਿ ਜੰਗ ਦੇ ਵਿੱਚ ਆਪਾਂ ਨੂੰ ਪਤਾ ਹੈ ਫਿਰ ਦਵੱਲੀ ਦੋ ਪਾਸਿਆਂ ਤੋਂ ਜਿਹੜੀ ਹੈ ਉਹ ਮਾਰ ਪੈਂਦੀ ਹੈ, ਤੇ ਇਹਦਾ ਜਸਪਤ ਰਾਏ ਦਾ ਇਸ ਬੰਦੇ ਦਾ ਸਿਰ ਲਾ ਲੈਂਦੇ ਨੇ ਸਿੱਖ। ਤੇ ਫਿਰ ਇੱਥੋਂ ਗੱਲ ਅੱਗੇ ਚੱਲਦੀ। ਫਿਰ ਇਹਦਾ ਭਰਾ ਉੱਠਿਆ, ਉਹਦਾ ਨਾਂ ਸੀ ਲਖਪਤ ਰਾਏ। ਉਹਨੇ, ਮੈਂ ਨੇੜੇ ਜੇ ਗੱਲ ਰੱਖਾਂ ਤੇ ਉਸ ਬੰਦੇ ਨੇ ਕਿਹਾ, ਐਡੇ ਹੰਕਾਰ ਦੇ ਵਿੱਚ, ਪਿਆਰੇ ਦਰਸ਼ਕੋ ਤੁਸੀਂ ਇਸ ਗੱਲ ਨੂੰ ਲੈਣਾ, ਕਿ ਉਹ ਇੰਨੇ ਹੰਕਾਰ ਦੇ ਵਿੱਚ ਬੋਲਿਆ, ਕਹਿੰਦਾ ਕਿ ਹਿੰਦੂ ਕੌਮ ਦੇ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਉੱਠੇ ਸਨ, ਉਹਨਾਂ ਨੇ ਇਸ ਨਾਨਕ ਨਿਰਮਲ ਪੰਥ ਚਲਾਇਆ, ਇਸ ਕੌਮ ਨੂੰ ਜਨਮ ਦਿੱਤਾ, ਸਿੱਖ ਕੌਮ ਦੀ ਸ਼ੁਰੂਆਤ ਹੋਈ ਗੁਰੂ ਨਾਨਕ ਸਾਹਿਬ ਤੋਂ। ਤੇ ਕਹਿੰਦਾ ਮੈਂ ਵੀ ਇੱਕ ਹਿੰਦੂ ਹਾਂ ਤੇ ਮੈਂ ਇਸ ਕੌਮ ਦਾ ਖਾਤਮਾ ਕਰ ਦਿਆਂਗਾ, ਜੈਨੋਸਾਈਡ, ਇਹਨੂੰ ਮੈਂ ਨਸਲ ਕੁਸ਼ਟ ਕਰ ਦਿਆਂਗਾ, ਰਹਿਣ ਨਹੀਂ ਦੇਵਾਂਗਾ ਇਹ ਕੌਮ। ਫਿਰ ਉਹਨੇ ਉੱਥੇ ਐਲਾਨ ਕੀਤਾ, ਕਹਿਣ ਲੱਗਾ ਕੋਈ ਗੁਰੂ ਸ਼ਬਦ ਨਾ ਬੋਲੇ, ਗੁੜ ਸ਼ਬਦ ਉਹਨੇ ਕਿਹਾ, ਗੁੜ ਤੋਂ ਗੁਰੂ ਚੇਤੇ ਆਉਂਦਾ, ਉਹਨੇ ਰੋੜੀ ਕਿਹਾ।
ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀ ਬਾਣੀ ਸੀ, ਪੋਥੀਆਂ ਸੀ, ਉਹਨਾਂ ਨੂੰ ਖੂਹਾਂ 'ਚ ਸਟਵਾਇਆ, ਜ਼ੁਲਮ ਉਹਨੇ ਸ਼ੁਰੂ ਕੀਤਾ। ਸਾਡੇ ਬਜ਼ੁਰਗ ਜਿਹੜੇ ਸੀ ਫਿਰ ਉੱਥੋਂ ਅੱਗੇ ਖਿਸਕਦੇ ਚੱਲਦੇ ਇਧਰ ਗੁਰਦਾਸਪੁਰ ਏਰੀਏ ਦੇ ਵਿੱਚ ਨਾ, ਜਿਹੜਾ ਪੰਜਾਬ ਦਾ ਇੱਕ ਡਿਸਟ੍ਰਿਕਟ ਹੈ ਗੁਰਦਾਸਪੁਰ ਮਾਝੇ ਦੇ ਵਿੱਚ, ਇਸ ਏਰੀਏ ਦੇ ਵਿੱਚ ਸਾਡੇ ਬਜ਼ੁਰਗ ਆ ਗਏ। ਰਾਵੀ ਦਰਿਆ ਦੇ ਕੰਢੇ ਤੇ ਕਾਹਨੂੰਵਾਨ ਦੀ ਛੰਭ ਪੈਂਦੀ ਏਰੀਆ, ਇਸ ਪਾਸੇ ਨੂੰ ਆ ਗਏ ਤੇ ਉਹ ਮਗਰ ਲਾਹੌਰ ਤੋਂ ਫੌਜ ਲੈ ਕੇ, ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਫੌਜ ਨੂੰ ਨਾਲ ਲੈ ਕੇ, ਅਸਲਾ ਬਰੂਦ ਲੈ ਕੇ ਉਹਨੇ ਘੇਰਾ ਪਾ ਲਿਆ। ਤੇ ਝੱਲਾਂ ਸਨ ਕਾਹਨੂੰਵਾਨ ਦੀ ਛੰਭ ਦੀ, ਝੱਲ ਸੀ ਰਾਵੀ ਦਰਿਆ ਦੇ ਕੰਢੇ ਤੇ, ਵੱਡੇ ਵੱਡੇ ਰੁੱਖ ਹੁੰਦੇ ਸੀ, ਝੱਲਾਂ ਹੁੰਦੀਆਂ ਸੀ, ਸਰਕੜਾ ਕਾਈ ਹੁੰਦੀ ਸੀ। ਤੇ ਉੱਥੇ ਆ ਕੇ ਫਿਰ ਸਾਡੇ ਬਜ਼ੁਰਗ ਜਿਹੜੇ ਸੀ ਉਹਨਾਂ ਝੱਲਾਂ 'ਚ ਲੁਕ ਜਾਂਦੇ ਨੇ। ਤੇ ਉਹ ਵੇਖੋ ਕਮਾਲ ਦੀ ਗੱਲ ਕਿ ਝੱਲਾਂ ਨੂੰ ਅੱਗ ਲਾਉਂਦਾ ਏ, ਇੱਕ ਪਾਸੇ ਦਰਿਆ ਏ, ਤੇ ਰੁੱਤ ਕਿਹੜੀ ਹੈ, ਮੌਸਮ ਕਿਹੜਾ ਏ, ਅੱਤ ਦੀ ਗਰਮੀ ਹੈ, ਬਹੁਤ ਸਿਖਰ ਜੇਠ ਹਾੜ ਦੀ ਗਰਮੀ ਹੈ। ਇਸ ਜੇਠ ਦੇ ਮਹੀਨੇ ਦੇ ਵਿੱਚ ਫਿਰ ਇਹ ਘੱਲੂਘਾਰਾ ਪਹਿਲਾ ਵਾਪਰਿਆ, ਜਿਹਦੇ ਵਿੱਚ 15,000 ਦੇ ਲਗਭਗ ਸਾਡੇ ਬਜ਼ੁਰਗਾਂ ਦਾ ਜਿਹੜਾ ਇਹ ਜਾਨੀ ਫਿਜ਼ੀਕਲ ਨੁਕਸਾਨ ਹੋਇਆ ਸਰੀਰਕ ਤੌਰ ਤੇ। ਇਸ ਦੇ ਵਿੱਚ ਜਿਹੜੇ ਲੜਨ ਵਾਲੇ ਸਾਡੇ ਬਜ਼ੁਰਗ ਸਨ, ਉਹਨਾਂ ਦੇ ਨਾਮ ਸਨ ਸਰਦਾਰ ਜੱਸਾ ਸਿੰਘ ਰਾਮਗੜੀਆ, ਸ਼ਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ, ਤੇ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ, ਤੇ ਇਸੇ ਤਰ੍ਹਾਂ ਗੁਰਦਿਆਲ ਸਿੰਘ, ਦਿਆਲ ਸਿੰਘ, ਏਦਾਂ ਦੇ ਕਰਕੇ ਬਹੁਤ ਸਾਰੇ ਨਾਮ ਮਿਲਦੇ ਨੇ। ਜਿਹੜੇ ਲੀਡਰਸ਼ਿਪ ਸੀ ਜਿਹੜੀ ਸਾਡੀ ਉਸ ਵੇਲੇ ਦੀ ਕਹੀਏ ਲੀਡਰਸ਼ਿਪ, ਚੰਗੀ ਲੀਡਰਸ਼ਿਪ ਸੀ, ਜਿਨ੍ਹਾਂ ਨੇ ਕੌਮ ਨੂੰ ਇਸ ਵਰਦੀ ਅੱਗ ਦੇ ਵਿੱਚੋਂ ਬਚਾਇਆ ਤੇ ਬਚਾਅ ਕੀਤਾ ਕੌਮ ਦਾ। ਕਿ ਇਹਨਾਂ ਉਹਨੂੰ ਲਖਪਤ ਰਾਏ ਨੇ ਇੱਕ ਤਹਈਆ ਕੀਤਾ ਸੀ ਕਿ ਮੈਂ ਕੌਮ ਅੱਜ ਖਤਮ ਕਰ ਦੇਣੀ ਹੈ, ਕਿਉਂਕਿ ਅੱਜ ਵਾਂਗ ਸੀ ਨਹੀਂ ਸੀ ਨਾ ਕਿ ਸਰਦਾਰ ਮਨਦੀਪ ਸਿੰਘ ਜੀ, ਹੁਣ ਸਿੱਖ ਵੇਖੋ ਸਾਰਿਆਂ ਦੇਸ਼ਾਂ ਦੇ ਵਿੱਚ, ਅੱਜ ਦੁਨੀਆ ਭਰ ਦੇ ਦੇਸ਼ ਕਿਸੇ ਦੇ ਇਲਾਕੇ ਵਿੱਚ ਵੀ ਵੇਖੋ ਤੇ ਪੰਜਾਬੀ ਸਰਦਾਰ ਤੁਹਾਨੂੰ ਸਿੱਖ ਜਿਹੜੇ ਨੇ ਉਹ ਮਿਲ ਜਾਂਦੇ ਨੇ। ਪਰ ਉਦੋਂ ਇਸ ਤਰ੍ਹਾਂ ਨਹੀਂ ਸੀ, ਇੰਨੀ ਸਿੱਖ ਜਿਹੜੇ ਸੀ ਉਹ ਸਿਰਫ ਥੋੜੀ ਜਿਹੀ ਗਿਣਤੀ ਦੇ ਵਿੱਚ ਹੁੰਦੇ ਸੀ। ਇਹ ਕਦੋਂ ਦੀ ਗੱਲ ਹੈ, ਅੱਜ ਤੋਂ ਤੁਸੀਂ ਦੇਖੋ ਕਿ 400 ਸਾਲ 350 ਸਾਲ ਪਹਿਲਾਂ ਦੀ ਗੱਲ ਹੈ। ਤੇ ਉਦੋਂ ਸਿਰਫ ਪੰਜਾਬ ਦੇ ਵਿੱਚ ਹੀ ਸਿੱਖ ਹੁੰਦੇ ਸਨ, ਤੇ ਉਹ ਵੀ ਇੱਕ ਫੌਜੀ ਕੈਂਪ ਦੇ ਵਿੱਚ ਰਹਿੰਦੇ ਸਨ ਜ਼ਿਆਦਾਤਰ, ਜਿਨ੍ਹਾਂ ਦੇ ਸਿਰਾਂ ਦੇ ਮੁੱਲ ਰੱਖੇ ਸੀ, ਘਰ ਘਾਟ ਛੱਡੇ ਹੋਏ ਸੀ, ਪਿੰਡਾਂ 'ਚ ਨਹੀਂ ਸੀ ਕੋਈ ਵੜਨ ਦਿੰਦਾ। ਤੇ ਦੇਸ਼ ਦੀ ਆਜ਼ਾਦੀ ਵਾਸਤੇ ਮਨੁੱਖੀ ਹੱਕਾਂ ਦੀ ਰੱਖਿਆ ਕਰਦੇ ਸਨ, ਇੱਜ਼ਤਾਂ ਨੂੰ ਬਚਾਉਂਦੇ ਸਨ, ਤੇ ਜ਼ੁਲਮ ਦੀ ਖਿਲਾਫ ਲੜਦੇ ਸੀ, ਮਜ਼ਲੂਮ ਦੀ ਰੱਖਿਆ ਕਰਦੇ ਸੀ, ਤੇ ਏਦਾਂ ਸੰਘਰਸ਼ ਕਰਦੇ ਸੀ। ਤੇ ਨਾਲੇ ਵਿਚਾਰੇ ਬੇਘਰ ਸਨ ਸਾਡੇ ਬਜ਼ੁਰਗ, ਤੇ ਥੋੜੀ ਜਿਹੀ ਗਿਣਤੀ ਦੇ ਵਿੱਚ ਸਨ। ਕਿੰਨੀ ਕੁ ਗਿਣਤੀ ਹੋਏਗੀ ਤੁਸੀਂ ਸੋਚੋਗੇ, ਵੱਡੀ ਗੱਲ 30,000 40,000 ਗਿਣਤੀ ਹੋਏਗੀ। ਉਹਦੇ ਵਿੱਚੋਂ ਇੱਕੇ ਦਿਨ 2-4 ਦਿਨ ਦੇ ਵਿੱਚ ਇਹ ਜਿਹੜਾ ਘੱਲੂਘਾਰਾ ਪਹਿਲਾ ਵਾਪਰਿਆ, ਇਹਦੇ ਵਿੱਚ ਉਹਨੇ 15,000 ਦੇ ਕਰੀਬ ਸਾਡੇ ਬਜ਼ੁਰਗ ਜਿਹੜੇ ਸੀ ਉਹ ਨੁਕਸਾਨ ਜਾਨੀ ਤੌਰ ਤੇ, ਫਿਜ਼ੀਕਲ ਤੌਰ ਤੇ ਕੀਤਾ ਗਿਆ। ਪਰ ਚੰਗੀ ਲੀਡਰਸ਼ਿਪ ਸੀ, ਜਿਨ੍ਹਾਂ ਦਾ ਮੈਂ ਨਾਮ ਲਿਆ, ਇਹ ਦੁਹਰਾਵਾਂਗਾ ਨਹੀਂ, ਕਿ ਇਸ ਲੀਡਰਸ਼ਿਪ ਨੇ ਸਾਡੀ ਕੌਮ ਨੂੰ ਬਚਾਇਆ। ਲੀਡਰਸ਼ਿਪ ਦਾ ਇਹੀ ਫਰਜ਼ ਹੁੰਦਾ ਹੈ ਕਿ ਛੱਡ ਕੇ ਨਾ ਭੱਜੇ, ਆਪਣੀਆਂ ਪ੍ਰਾਪਰਟੀਆਂ ਵੱਲ ਨਾ ਧਿਆਨ ਰੱਖੇ, ਆਪਣੇ ਪਰਿਵਾਰਾਂ ਮੋਹ ਦੇ ਵਿੱਚ ਨਾ ਜਾਵੇ, ਉਦੋਂ ਕੌਮ ਨੂੰ ਬਚਾਵੇ, ਉਦੋਂ ਮਨੁੱਖਤਾ ਦੇ ਵਾਸਤੇ ਜਿਹੜੇ ਲੜ ਰਹੇ ਨੇ ਉਹਨਾਂ ਦੇ ਸਾਥ ਦਿੱਤਾ ਜਾਵੇ। ਸੋ ਇਹ ਸ਼ੁਰੂਆਤ ਦੇ ਵਿੱਚ ਮੈਂ ਇਹ ਸਾਂਝ ਪਾਈ ਹੈ, ਫਿਰ ਅੱਗੇ ਜਿਵੇਂ ਮੌਕਾ ਮਿਲਦਾ ਆਪਾਂ ਗੱਲ ਕਰਦੇ ਹਾਂ। ਹਾਂਜੀ, ਭਾਈ ਦਿਲਬਾਗ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਇਤਿਹਾਸ ਦਾ ਜਿਹੜਾ ਹੈਗਾ ਪੰਨਾ ਫੋਲਿਆ ਹੈਗਾ। ਤੇ ਮੈਂ ਸਰਦਾਰ ਰਜਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਹੈਗੇ, ਮੈਂ ਉਹਨਾਂ ਦਾ ਪਹਿਲਾਂ ਸਵਾਗਤ ਵੀ ਕਰਦਾ ਹਾਂ, ਜੀ ਆਇਆਂ ਨੂੰ ਵੀ ਕਹਿਣਾ ਹੈਗਾ। ਤੇ ਉਹ ਛੋਟੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਕਾਰਨਾਂ ਦੀ ਜਿਹੜੀ ਜਾਂਚ ਆ ਪੜਤਾਲ ਅਸੀਂ ਜਿਹੜੀ ਕਰੀਏ, ਕਿਉਂਕਿ ਜਦੋਂ ਵੀ ਕੋਈ ਵੀ ਘਟਨਾ ਵਾਪਰਦੀ ਹੈਗੀ ਆ, ਉਹਦੇ ਪਿੱਛੇ ਜਿਹੜੇ ਹੈਗੇ ਆ ਕਾਰਨ ਹੁੰਦੇ ਹਨਾ। ਤੇ ਇਹਦੇ ਵਿੱਚ ਜਿੱਦਾਂ ਲਖਪਤ ਰਾਏ, ਜਸਪਤ ਰਾਏ ਦੀ ਜਿਹੜੀ ਹੈਗੀ ਆ ਗੱਲ ਆਉਂਦੀ ਹੈਗੀ ਆ। ਦੇਖ ਲਓ, ਇੱਕ ਹੈਰਾਨਗੀ ਦੀ ਗੱਲ ਇਹ ਆ ਵੀ ਅਸੀਂ ਕਈ ਵਾਰੀ ਇੱਕ ਸਪੈਸ਼ਲ ਕੌਮ ਨੂੰ ਜਿਹੜਾ ਹੈਗਾ ਨਾ, ਸਾਡੇ ਲਿਖਣ ਵਾਲੇ ਜਿਹੜੇ ਹੈਗੇ ਆ ਉਹ ਇੱਕ ਸਪੈਸ਼ਲ ਕੌਮ ਨੂੰ ਟਾਰਗੇਟ ਕਰ ਦਿੰਦੇ ਆ, ਜਿੱਦਾਂ ਮੁਸਲਮਾਨ ਕੌਮ ਨੂੰ ਟਾਰਗੇਟ ਕਰਦੇ ਆ। ਇਹਦੇ ਵਿੱਚ ਤੁਸੀਂ ਦੇਖ ਲਓ ਵੀ ਜਸਪਤ ਰਾਏ ਤੇ ਲਖਪਤ ਰਾਏ, ਇਹਦਾ ਜਿਹੜਾ ਹੈਗਾ ਜਿੱਦਾਂ ਭਾਈ ਦਿਲਬਾਗ ਸਿੰਘ ਜੀ ਨੇ ਦੱਸਿਆ, ਉਹਨਾਂ ਦਾ ਜਿਹੜਾ ਯੋਗਦਾਨ ਜਿਹੜਾ ਹੈਗਾ ਇਹਦੇ ਵਿੱਚ ਆਉਂਦਾ ਹੈਗਾ ਵੀ ਉਹਨਾਂ ਦੀ ਜਿਹੜੀ ਭੈੜੀ ਨੀਤੀ ਜਾਂ ਬਦ ਨੀਤੀ ਜਿਹੜੀ ਵੀ ਉਹ, ਕਿਉਂਕਿ ਗੌਰਮੈਂਟ ਦੇ ਹੱਥ ਠੋਕੇ ਕਹਿ ਲਈਏ, ਤੇ ਉਹ ਇਸ ਕਰਕੇ ਜਿਹੜੀ ਹੈਗੀ ਆ ਉਹਨਾਂ ਦੇ ਨਾਲ, ਜਿਨ੍ਹਾਂ ਨੂੰ ਜਿਹੜੇ ਸਾਨੂੰ ਅੱਜ ਆਪਣਾ ਸਮਝਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦੇ ਹੈਗੇ ਆ ਵੀ ਇਹ ਕੌਮ ਦੇ ਵਿੱਚ ਏਦਾਂ ਦੇ ਬੰਦੇ ਜਿਹੜੇ ਪੈਦਾ ਹੁੰਦੇ ਹੈਗੇ ਆ, ਕਿਸੇ ਵੀ ਕੌਮ ਦੇ ਵਿੱਚ ਹੁੰਦੇ, ਉਹ ਉਹਨੂੰ ਖਰਾਬ ਕਰਦੇ ਹੈਗੇ। ਤੁਸੀਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਭਾਈ ਰਜਿੰਦਰ ਸਿੰਘ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨਾਲ ਨਾ ਛੋਟੇ ਘੱਲੂਘਾਰੇ ਬਾਰੇ
ਤਿੰਨ ਪਹਿਲੂਆਂ ਤੇ ਡਿਸਕਸ ਕਰਨਾ ਚਾਹੁੰਦਾ। ਜੀ ਇੱਕ ਤੇ ਕਾਰਨ ਕੀ ਸੀ ਛੋਟੇ ਘੱਲੂਘਾਰੇ ਦਾ, ਹਾਂਜੀ ਹਾਂਜੀ ਦੂਜਾ ਕਿ ਘੱਲੂਘਾਰੇ ਚ ਕੀ ਪਹਿਲੇ ਭਾਈ ਸਾਹਿਬ ਨੇ ਬੜਾ ਸੋਹਣਾ ਡਿਸਕ੍ਰਾਈਬ ਕੀਤਾ, ਤੇ ਮੈਂ ਵੀ ਥੋੜਾ ਜਿਹਾ ਉਹਦੇ ਵਿੱਚ ਜਿੰਨੀ ਰੋਸ਼ਨੀ ਮੈਨੂੰ ਜਾਣਕਾਰੀ ਮੈਂ ਪਾਣਾ ਚਾਹੁੰਦਾ। ਤੇ ਜੀ, ਜੀ। ਤੀਜਾ परिणाम, ਜੀ ਹਾਂਜੀ ਹਰ ਘੱਲੂਘਾਰੇ ਦਾ परिणाम ਕੀ ਨਿਕਲਦਾ, ਇਹ ਤਿੰਨ ਪਹਿਲੂ ਬਣਦੇ ਨੇ ਗੱਲ ਦੇ, ਤੇ ਮੈਂ ਆਪ ਜੀ ਨੂੰ ਤਿੰਨੋਂ ਪਹਿਲੂਆਂ ਦੇ ਉੱਤੇ ਥੋੜਾ ਥੋੜਾ ਪ੍ਰਕਾਸ਼ ਪਾਉਣ ਦੀ ਕੋਸ਼ਿਸ਼ ਕਰਾਂਗਾ। ਜਿੰਨਾ ਕੁ ਮੈਨੂੰ ਗਿਆਨ ਹੈ ਮੈਂ ਉਸ ਹਿਸਾਬ ਨਾਲ ਪ੍ਰਕਾਸ਼ ਪਾਉਣ ਦੀ ਕੋਸ਼ਿਸ਼ ਕਰਾਂਗਾ ਜੀ। ਏਦਾਂ ਜੀ, ਛੋਟਾ ਘੱਲੂਘਾਰਾ ਸਿੱਖ ਕੌਮ ਦੇ ਤਿੰਨ ਘੱਲੂਘਾਰੇ ਚੱਲੇ ਨੇ। ਇੱਕ ਛੋਟਾ ਘੱਲੂਘਾਰਾ 1746 ਚ, ਦੂਜਾ ਵੱਡਾ ਘੱਲੂਘਾਰਾ 1762 ਚ, ਤੇ ਤੀਜਾ 1984 ਦੇ ਵਿੱਚ। ਤੇ ਤਿੰਨ ਕੌਮ ਨੂੰ, ਸਿੱਖ ਕੌਮ ਦੇ ਤਿੰਨ ਇਹ ਘੱਲੂਘਾਰੇ ਇਹਨਾਂ ਨੇ ਅਸੀਂ ਲੋਕਾਂ ਨੇ ਹੰਢਾਏ ਨੇ ਆਪਣੇ ਪਿੰਡੇ ਤੇ। ਸੰਤਾਪ 84 ਵਾਲਾ ਅਸੀਂ ਆਪਣੇ ਪਿੰਡੇ ਤੇ ਹਟਾਇਆ ਹੈ ਜੀ, ਬਾਕੀ ਸਾਡੇ ਬਜ਼ੁਰਗਾਂ ਨੇ ਹੰਢਾਏ ਨੇ। ਤੇ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਜਿਹੜਾ ਹਰ ਜਦੋਂ ਘੱਲੂਘਾਰਾ ਆਉਂਦਾ, ਉਸ ਤੋਂ ਪਹਿਲੇ ਘੱਲੂਘਾਰਾ ਹੋਇਆ, ਉਸ ਘੱਲੂਘਾਰੇ ਦਾ ਉਸ ਤੋਂ ਪਹਿਲੇ ਦਾ ਪੀਰੀਅਡ ਦੇਖੀਏ। ਸਾਡੀ ਜਥੇਬੰਦੀਆਂ ਛੋਟੇ ਛੋਟੇ ਹਿੱਸਿਆਂ 'ਚ ਵੰਡੀਆਂ ਹੋਈਆਂ ਸੀ। ਅਸੀਂ ਗਰੋਇੰਗ ਏਜ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਤੋਂ ਬਾਅਦ ਸਿੱਖ ਜਿਹੜੀ ਪੰਥਕ ਜਥੇਬੰਦੀਆਂ, ਇਹ ਸਾਰੀਆਂ ਕਿਤੇ ਨਾ ਕਿਤੇ ਡਿਵਾਈਡ ਹੋਈਆਂ ਪਈਆਂ ਸੀ। ਔਰ ਫਿਰ ਵੀ ਸਾਡੀ ਇੱਕ ਜਥੇਬੰਦੀਆਂ 'ਚ ਇੱਕ ਬੜੀ ਵੱਡੀ ਖਾਸੀਅਤ ਸੀ, ਉਹ ਸਾਰੀਆਂ ਮਿਲ ਕੇ ਚੱਲਦੀਆਂ ਸੀ। ਜਦੋਂ ਵਕਤ ਪੈਂਦਾ ਸੀ ਸਾਰੇ ਇਕੱਠੇ ਹੁੰਦੇ ਸਨ। ਇਹ ਬਹੁਤ ਵੱਡੀ ਖਾਸੀਅਤ ਸੀ। ਇਹ ਤੁਸੀਂ ਚਾਹੇ ਵੱਡੇ ਘੱਲੂਘਾਰੇ 'ਚ ਦੇਖੋਗੇ, ਛੋਟੇ ਘੱਲੂਘਾਰੇ 'ਚ ਤੁਸੀਂ ਦੇਖੋਗੇ, ਖਾਸ ਕਰ ਉਸ ਸਮੇਂ ਦੇ ਸਿੱਖਾਂ ਦੀ ਇੱਕ ਬੜੀ ਖੂਬੀ ਹੈ। ਤੁਸੀਂ ਦੇਖੋਗੇ ਕਿ ਸਾਰੇ ਸਿੱਖ ਜਰਨੈਲ, ਉਸ ਸਮੇਂ ਦੇ ਪਤਵੰਤੇ ਸੱਜਣ, ਸਾਰੇ ਹੀ ਇਕੱਠੇ ਹੋ ਕੇ ਉਹ ਲੜਦੇ ਸੀ। ਤੇ ਪਹਿਲਾ ਜਿਹੜਾ ਛੋਟਾ ਘੱਲੂਘਾਰਾ ਜਿਹਨੂੰ ਕਹਿੰਦੇ ਆ, ਇਹ 1746 ਚ ਹੋਇਆ। ਇਹ ਘੱਲੂਘਾਰੇ ਦੀ ਸ਼ੁਰੂਆਤ ਹੋਈ 10 ਮਾਰਚ ਦੇ ਆਸ-ਪਾਸ, ਜਦੋਂ ਜਸਪਤ ਰਾਏ ਦਾ ਕਤਲ ਹੁੰਦਾ ਜੀ। ਤੇ ਉਸ ਤੋਂ ਬਾਅਦ ਲਖਪਤ ਰਾਏ ਔਰ ਜਿਹੜਾ ਭਰਾ ਜਸਪਤ ਰਾਏ ਤੇ ਲਖਪਤ ਰਾਏ ਦੋ ਸਨ, ਤੇ ਉਹ ਫਿਰ ਉਹ ਪੂਰੇ ਭਰਾ ਨੇ ਕਿਹਾ ਜੀ ਮੈਂ ਉਹ, ਕਿਉਂਕਿ ਲਾਹੌਰ ਦੇ ਵਿੱਚ ਸੈਂਟਰ ਜਿਹੜਾ ਲਾਹੌਰ ਦੇ ਵਿੱਚ ਤੇ ਸਿੱਖੀ, ਜਿੱਦਾਂ ਭਾਈ ਸਾਹਿਬ ਨੇ ਬੜਾ ਸੋਹਣਾ ਅੱਗੇ ਡਿਸਕ੍ਰਾਈਬ ਕੀਤਾ, ਸਿੱਖੀ ਹਲੇ ਥੋੜੇ ਇਲਾਕਿਆਂ 'ਚ ਸੀ ਜੀ। ਤੇ ਉਹ ਜਿਹੜੇ ਥੋੜੇ ਇਲਾਕਿਆਂ ਦੀ ਸਿੱਖੀ ਸੀ, ਉਹ ਵੀ ਉਸ ਸਮੇਂ ਜਿਹੜੇ ਸਿੱਖ ਨੇ, ਕਿਉਂਕਿ ਸਰਕਾਰਾਂ ਦੇ ਨਾਲ ਉਹਨਾਂ ਦੇ ਟੱਕਰੇ ਸੀ, ਇਸ ਕਰਕੇ ਛੁਪ ਕੇ ਰਹਿੰਦੇ ਸਨ। ਤੇ ਜਦੋਂ ਉਹਨਾਂ ਦਾ ਜਦੋਂ ਇੱਕ ਭਰਾ ਮਾਰਿਆ ਤੇ ਦੂਜੇ ਭਰਾ ਨੇ ਕਿਹਾ ਕਿ ਮੈਂ ਖੱਤਰੀ ਹਾਂ, ਤੇ ਇਹ ਜਿਹੜਾ ਬਾਬੇ ਨਾਨਕ ਦਾ ਧਰਮ ਹੈ ਖੱਤਰੀਆਂ ਨੇ ਚਲਾਇਆ ਸੀ, ਤੇ ਮੈਂ ਖੱਤਰੀਆਂ, ਮੈਂ ਇਸ ਧਰਮ ਦਾ ਖਾਤਮਾ ਮੈਂ ਵੀ ਅੱਜ ਸਿੱਖਾਂ ਦਾ ਕਰਨਾ। ਉਹਨੇ ਇਹ ਬੀੜਾ ਚੁੱਕਿਆ। ਜਨਰਲ ਯਾਹੀਆ ਖਾਨ ਹੁੰਦਾ ਸੀ ਉਸ ਸਮੇਂ, ਜਰਨੈਲ ਸੀ ਜਿਹੜਾ ਲਾਹੌਰ ਦੇ ਵਿੱਚ ਹਾਕਮ ਜਰਨੈਲ ਸੀ, ਉਹ ਯਾਹੀਆ ਖਾਨ ਸੀ। ਉਹਨੇ ਕਿਹਾ ਕਿ ਮੈਂ ਇਹਨੂੰ, ਇਹ ਸਿੱਖ ਕੌਮ ਹੀ ਖਤਮ ਕਰ ਦੇਣੀ। ਉਹਨੇ ਬੜੀ ਸਟ੍ਰੈਟਜੀ ਨਾਲ ਪਲੈਨਿੰਗ ਕਰਕੇ ਤੇ ਉਸ ਨੂੰ ਘੇਰਿਆ। ਦੇਖੋ, ਜਿੰਨੀਆਂ ਗੱਲ ਅਸੀਂ ਕਰਦੇ ਹਾਂ ਕੌਮ ਦੀ ਗੱਲ, ਜਿੱਦਾਂ ਭਾਈ ਸਾਹਿਬ ਆਪ ਕਹਿੰਦੇ ਹੋ, ਤੇ ਜੇ ਦੋ ਘੱਲੂਘਾਰੇ ਹੋਏ ਨੇ ਤੇ ਦੋ ਘੱਲੂਘਾਰਿਆਂ ਦਾ ਨੁਮਾਇੰਦਗੀ ਹਿੰਦੂ, ਅਗਰ ਅਸੀਂ ਕਹੀਏ ਹਿੰਦੂ ਭਾਈਚਾਰੇ ਦੇ ਜਿਹੜੇ ਉਸ ਸਮੇਂ ਦੇ ਹਾਕਮ ਸੀ ਜਾਂ ਉਸ ਸਮੇਂ ਜਿਹੜੇ ਮੁੱਢ ਸੀ, ਉਹਨਾਂ ਦੇ ਹੱਥੋਂ ਹੋਏ ਨੇ। ਬਾਕੀ ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਇਹ ਇਸ ਕਰਕੇ ਨਹੀਂ ਹੈ, ਇਹ ਕੋਈ ਕੌਮ ਨਹੀਂ ਕਰਦੀ। ਉਸ ਸਮੇਂ ਦਾ ਜਿਹੜਾ ਹਾਕਮ ਹੁੰਦਾ ਨਾ, ਉਹ ਹਾਕਮ ਜਿਹੜਾ ਜਰਵਾਣਾ ਹੈ ਨਾ, ਉਹ ਉਸ ਸਮੇਂ ਜਿਹੜਾ ਹੈ ਨਾ, ਉਹਦੀ ਕਮੀ ਹੁੰਦੀ ਹੈ। ਉਹਦੇ ਵਿੱਚ ਜਿਹੜਾ ਉਹਨੂੰ ਹੰਕਾਰ ਹੁੰਦਾ ਨਾ, ਉਹ ਹੰਕਾਰ ਉਸ ਬੰਦੇ ਨੂੰ ਉਸ ਸਮੇਂ ਦੀ ਜਿਹੜੀ ਹੈ, ਉਹਦੀ ਜਿਹੜੀ ਪਾਵਰ ਹੈ ਨਾ, ਉਹ ਪਾਵਰ ਉਹਦੀ ਬੋਲਦੀ ਹੈ। ਉਹ ਪਾਵਰ ਜਿਹੜੀ ਹੈ, ਉਹ ਪਾਵਰ ਦੇ ਚੱਕਰ ਦੇ ਮੱਧ ਦੇ ਵਿੱਚ, ਉਸ ਪਾਵਰ ਦੇ ਮੱਧ ਦੇ ਵਿੱਚ ਉਹ ਬੰਦਾ ਕਹਿੰਦਾ ਮੈਂ ਹਾਂਜੀ ਸਿੱਖਾਂ ਨੂੰ ਖਤਮ ਕਰ ਦਾਂਗਾ ਜੀ। ਤੇ ਇਹਨਾਂ ਨੇ ਤਈਆ ਕੀਤਾ ਤੇ ਇਹ ਬੀੜਾ ਚੁੱਕਿਆ ਤੇ ਇਹ ਸਿੱਖਾਂ ਦੇ ਆ ਗਏ। ਉਹ ਧੰਨ ਨੇ ਉਹ ਸਿੱਖ ਜਰਨੈਲ ਜਿਨ੍ਹਾਂ ਨੇ ਉਸ ਘੱਲੂਘਾਰੇ ਨੂੰ ਲੜਿਆ। ਜਦੋਂ ਉਹਨਾਂ ਦੀਆਂ ਕਿਰਪਾਨਾਂ ਖੁੰਡੀਆਂ ਹੋ ਗਈਆਂ, ਫਿਰ ਇੱਕ ਗੱਲ ਹੋਰ ਉਹਨਾਂ ਨੇ ਕੀਤੀ ਜੀ, ਉਹਨਾਂ ਨੇ ਇਸ ਘੱਲੂਘਾਰੇ ਨੂੰ ਲੜਿਆ ਵੀ ਤੇ ਆਪਣੇ ਆਪ ਨੂੰ ਸੇਵ ਕਰਦੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਅੱਜ ਅਗਰ ਅਸੀਂ ਨਹੀਂ ਬਚੇ ਤੇ ਕੱਲ ਨੂੰ ਅਸੀਂ ਆਪਣੀ ਕੌਮ ਨੂੰ ਕਿੱਦਾਂ ਸਰਵਾਈਵ ਕਰਾਵਾਂਗੇ। ਇਹ ਬਾਬੇ ਨਾਨਕ ਦਾ ਧਰਮ ਫਿਰ ਕਿੱਦਾਂ ਰਹਿ ਜਾਣਾ ਸੀ, ਕਿਤਾਬਾਂ 'ਚ ਹੀ ਰਹਿ ਜਾਣਾ ਸੀ। ਇਹ ਸਿੱਖੀ ਜਿਹੜੀ ਹੈ ਉਹ 'ਚ ਰਹਿ ਜਾਣੀ ਸੀ। ਜੇ ਪੰਥਕ ਸਿੱਖ ਤਰ੍ਹਾਂ ਖਤਮ ਹੋ ਜਾਂਦੀਆਂ ਤੇ ਬਾਬੇ ਨਾਨਕ ਦੀ ਸਿੱਖੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ।
ਹਾਂਜੀ ਕਹਿੰਦਾ ਖਾਤਮਾ ਵੱਲ ਤੁਰ ਪੈਣੀ ਸੀ ਜੇ ਉਹਦੇ ਵਿੱਚ ਇਹ ਨੀਤੀ ਸਹੀ ਨਾ ਹੁੰਦੀ ਤਾਂ। ਇੱਕ ਨੀਤੀ ਸੀ, ਯੁੱਧ ਨੀਤੀ ਸੀ ਵੀ ਆਪਣੀ ਕੌਮ ਨੂੰ ਬਚਾਇਆ ਵੀ ਜਾਵੇ। ਹਾਂ, ਉਹਨਾਂ ਨੇ ਯੁੱਧ ਨੀਤੀ 'ਚ ਇੱਕ ਚੀਜ਼ ਰੱਖੀ, ਉਹਨਾਂ ਨੇ ਚਾਹੇ ਦੋਨੋਂ ਘੱਲੂਘਾਰੇ ਸੀ, ਉਹਨਾਂ ਦੀ ਯੁੱਧ ਨੀਤੀ 'ਚ ਇੱਕ ਗੱਲ ਸੀ, ਉਹਨੇ ਕਿਹਾ ਸੀ ਅੱਜ ਲੜ ਲਓ, ਅੱਜ ਅਸੀਂ ਕਮਜ਼ੋਰ ਹਾਂ। ਲੇਕਿਨ ਉਹਨਾਂ ਨੇ ਕਾਹਨੂੰਵਾਲ ਦੇ ਜੰਗਲਾਂ ਦੇ ਵਿੱਚ ਉਹਨਾਂ ਨੇ ਕੁਛ ਹਿੱਸਾ ਜਿਹੜਾ ਲੜਨ ਨਹੀਂ ਰਹਿ ਗਿਆ, ਤੇ ਕੁਛ ਹਿੱਸਾ ਹਿੱਲ ਵੱਲ ਤੁਰ ਪਿਆ, ਕਾਂਗੜਾ ਹਿੱਲ ਵੱਲ ਤੁਰ ਪਿਆ, ਔਰ ਉੱਧਰ ਦੀ ਤਰਫ ਰਾਵੀ ਕ੍ਰੋਸ ਕਰਕੇ ਤੇ ਜੀ ਅੱਗੇ ਦੀ ਤਰਫ ਤੁਰ ਗਿਆ। ਧੰਨ ਨੇ ਉਹ ਸਿੱਖ, ਕਰੀਬ ਜਿਹੜੇ 7000 ਸਿੱਖ ਇਸ ਘੱਲੂਘਾਰੇ 'ਚ ਸ਼ਹੀਦੀਆਂ ਪ੍ਰਾਪਤ ਕੀਤੇ। 3000 ਬੰਦਿਆਂ ਨੂੰ ਬੰਦੀ ਬਣਾ ਕੇ ਲੈ ਗਏ ਜਨਰਲ ਯਾਹਿਆ ਖਾਂ। ਔਰ ਇੱਕ ਗੱਲ ਹੋਰ, ਸਾਡੇ ਸਿੱਖਾਂ ਨੇ ਵੀ ਉਹਨਾਂ ਦਾ ਬੜਾ ਨੁਕਸਾਨ ਕੀਤਾ। ਲਖਪਤ ਰਾਏ ਦਾ ਮੁੰਡਾ ਹਰਭਜਨ ਰਾਏ, ਉਹਨੂੰ ਵੀ ਉਹਨੂੰ ਵੀ ਗੱਡੀ ਚੜਾਇਆ, ਤੇ ਉਸ ਸਮੇਂ ਜਿਹੜਾ ਯਾਹਿਆ ਖਾਂ ਸੀ, ਉਹਦਾ ਬੇਟਾ ਸੀ ਨਾਰ ਖਾਂ, ਉਹਦਾ ਵੀ ਕਤਲ, ਉਹਨੂੰ ਵੀ ਮਾਰਿਆ ਉਹਨਾਂ ਨੇ। ਤੇ ਇਹ ਨਹੀਂ ਕਿ ਅਸੀਂ ਘੱਲੂਘਾਰਾ ਜੇ ਅਸੀਂ ਮਾਰ ਖਾਧੀ ਤੇ ਉਹ ਮਾਰ ਦੇ ਨਾਲ ਅਸੀਂ ਦੁਸ਼ਮਣ ਨੂੰ ਵੀ ਨੁਕਸਾਨ ਪਹੁੰਚਾਇਆ। ਲੇਕਿਨ ਉਸ ਤੋਂ ਬਾਅਦ ਉਹਨਾਂ ਨੇ 3000 ਜਿਹੜਾ ਸਿੱਖ ਬੰਦੀ ਬਣਾਇਆ, ਉਹਨਾਂ ਨੇ ਲਾਹੌਰ ਦੇ ਵਿੱਚ ਜਾ ਕੇ ਉਹਨਾਂ ਨੂੰ ਬੜਾ ਬੇਇੱਜ਼ਤ ਕੀਤਾ। ਇਹ ਬੜੀ ਇੱਕ ਗੱਲ ਸੀ ਕਿ ਉਹਨਾਂ ਨੇ ਉਸ ਸਮੇਂ ਉਹਨਾਂ ਸਿੱਖਾਂ ਨੂੰ ਬੇਇੱਜ਼ਤ ਕੀਤਾ, ਔਰ ਉਹਨਾਂ ਨੂੰ ਉੱਥੇ ਉਹਨਾਂ ਦਾ ਕਤਲੇਆਮ ਜਿਹੜਾ 3000 ਸਿੱਖਾਂ ਦਾ ਉਹਨਾਂ ਦਾ ਕਤਲੇਆਮ ਉਹਨਾਂ ਨੇ ਉੱਥੇ ਜਾ ਕੇ ਕੀਤਾ, ਬੇਇੱਜ਼ਤ ਕਰਕੇ ਫਿਰ ਕਤਲੇਆਮ ਕੀਤਾ। ਤੇ ਸਿੱਖ ਜਿਹੜੇ ਨੇ, ਸਾਡੇ ਸਿੱਖ ਜਰਨੈਲ, ਇਹਨਾਂ ਨੇ ਆਪਣੇ ਜਾਨਾਂ ਵੀ ਬਚਾਈਆਂ ਤੇ ਉਸ ਨੂੰ ਮੋਰਚੇ ਵੀ ਨਹੀਂ ਛੱਡੇ। ਅੱਧੀ ਫੌਜ ਛੱਡਦੀ ਰਹੀ ਤੇ ਬਾਕੀ ਜਿਹੜੇ ਨਿਕਲ ਕੇ ਚਲੇ ਗਏ। ਔਰ ਜਿੱਦਾਂ ਭਾਈ ਸਾਹਿਬ ਗੱਲ ਕਰ ਰਹੇ ਸੀ, ਬਿਲਕੁਲ ਅੱਛੀ ਗੱਲ, ਠੀਕ ਗੱਲ ਹੈ। ਉਸ ਸਮੇਂ 60-70 ਹਜ਼ਾਰ ਦੇ ਕਰੀਬ ਸਿੱਖ ਸੀ, ਜੋ ਅਕੋਰਡਿੰਗ ਤੋਂ ਪਤਾ ਚੱਲਦਾ ਹੈ ਥੋੜਾ ਜਿਹਾ, ਅਗਰ ਥੋੜਾ ਜਿਹਾ ਅਸੀਂ ਉਹਨੂੰ ਰਿਸਰਚ ਕਰੀਏ ਤਾਂ 60-70 ਹਜ਼ਾਰ ਦੇ ਕਰੀਬ ਸਿੱਖ ਸੀ। ਲੇਕਿਨ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਾਂਗਾ, ਹੁਣ ਆਵਾਂਗੇ ਪ੍ਰਣਾਮ ਦੀ ਗੱਲ ਦੇ ਉੱਤੇ। ਹਰ ਘੱਲੂਘਾਰਾ ਇੱਕ ਛਾਪ ਛੱਡ ਕੇ ਗਿਆ ਸਿੱਖਾਂ ਦੀ। ਉਸ ਸਮੇਂ ਜੇ ਸਿੱਖ ਜਰਨੈਲ ਸੀ, ਉਹਨਾਂ ਦੇ ਦਿਮਾਗ 'ਚ ਇੱਕ ਗੱਲ ਜ਼ਰੂਰ ਆਈ ਕਿ ਅਸੀਂ ਆਪਣੀ ਪਾਵਰ ਨੂੰ ਗੇਨ ਕਰਨਾ ਜੀ। ਜੱਸਾ ਸਿੰਘ ਰਾਮਗੜੀਆ ਲਾ ਲਓ, ਸੁੱਖਾ ਸਿੰਘ ਕੰਬੋਕੀ ਦੀ ਦੇਣ ਸੀ, ਉਹਨੇ ਸਿੱਖ ਮਿਸਲਾਂ ਬਣਾਈਆਂ ਸੀ। ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਕੰਬੋਕੀ, ਇਹ ਜਿੰਨੇ ਪਤਵੰਤੇ ਜਰਨੈਲ ਸੀ, ਇਹਨਾਂ ਸਭ ਨੇ ਮਿਲ ਕੇ ਸਿੱਖ ਮਿਸਲਾਂ ਦਾ ਗਠਨ ਕੀਤਾ ਸੀ। ਉਹ ਸਿੱਖ ਮਿਸਲਾਂ ਦਾ ਗਠਨ ਇਸ ਕਰਕੇ ਨਹੀਂ ਕੀਤਾ ਸੀ ਕਿ ਕੋਈ ਵੰਡ ਪਾਉਣ ਲਈ, ਉਹ ਸਿੱਖ ਮਿਸਲਾਂ ਦਾ ਗਠਨ ਇਸੇ ਕਰਕੇ ਕੀਤਾ ਗਿਆ ਸੀ ਕਿ ਅਸੀਂ ਆਪਣੀ ਪਾਵਰ ਨੂੰ ਕਿੱਦਾਂ ਵਧਾਉਣਾ, ਅਸੀਂ ਛੋਟੇ ਛੋਟੇ ਜਥੇਬੰਦੀਆਂ ਆਪਣੀ ਪਾਵਰ ਨੂੰ ਵਧਾਈਏ। ਤੇ ਉਹਦਾ ਨਤੀਜਾ ਇਹ ਸੀ ਕਿ ਸਾਡੀ ਸਾਰੀਆਂ ਮਿਸਲਾਂ ਆਪਣੇ ਏਰੀਏ ਦੇ ਵਿੱਚ ਜਾ ਕੇ ਕੰਮ ਕੀਤਾ, ਔਰ ਉਹ ਉੱਠਣ ਨੂੰ ਤਿਆਰ ਹੋਈਆਂ। ਉਹ ਧੀਰੇ ਧੀਰੇ ਉਹਨਾਂ ਨੇ ਗਰੋਇੰਗ ਦੀ ਤਰਫ ਤੁਰੇ ਜੀ। ਅਸੀਂ ਦੂਜਾ ਪਹਿਲਾ ਤੇ ਸਾਨੂੰ ਨਵਾਬੀਆਂ ਮਿਲੀਆਂ ਜੀ, ਦੂਜਾ ਘੱਲੂਘਾਰਾ ਝੇਲਿਆ ਤੇ ਅਸੀਂ ਹਾਕਮ ਬਣ ਗਏ ਪੰਜਾਬ ਦੇ, ਔਰ ਤੀਜਾ ਘੱਲੂਘਾਰਾ 84 ਦਾ ਝੇਲਿਆ ਤੇ ਅਸੀਂ ਇੰਟਰਨੈਸ਼ਨਲ ਕੌਮ ਹੋ ਗਏ। ਜਿਹੜੇ ਸਾਡੇ ਬੱਚੇ ਸੀ ਅੱਜ ਉਹ ਬਾਹਰ ਵਿਦੇਸ਼ਾਂ 'ਚ ਜਾ ਕੇ ਬੈਠ ਗਏ, ਸਭ ਜਗ੍ਹਾ ਜਾ ਕੇ, ਜੋ ਪਰਿਵਾਰ ਵਿਦੇਸ਼ਾਂ 'ਚ ਚਲੇ ਗਏ, ਉਹ ਵਿਦੇਸ਼ਾਂ 'ਚ ਜਾਣ ਨਾਲ ਸਾਡੀ ਪਾਵਰ ਹੀ ਵਧੀਆ। ਅੱਜ ਇੰਟਰਨੈਸ਼ਨਲ ਸਮਾਜ ਨੂੰ ਪਤਾ ਚੱਲਿਆ ਸਿੱਖ ਕੌਮ ਕੀ ਹੈ। ਨਹੀਂ ਤੇ ਜਿਹੜੇ ਇੰਟਰਨੈਸ਼ਨਲ ਤੁਸੀਂ ਦੇਖੋਗੇ, ਇਹ ਜਿੱਦਾਂ ਦੇ ਤੁਸੀਂ ਉਪਰਾਲੇ ਕਰ ਰਹੇ ਹੋ, ਤੁਹਾਡੇ ਇਹਨਾਂ ਉਪਰਾਲਿਆਂ ਨੂੰ ਲੋਕਾਂ ਨੂੰ ਪਤਾ ਚੱਲਦਾ ਸਿੱਖ ਕੌਮ ਇੱਕ ਕੌਮ ਹੈਗੀ ਹੈ। ਨਹੀਂ ਤੇ ਆਮ ਸਾਨੂੰ ਅਫਗਾਨੀ ਸਮਝ ਕੇ, ਅਫਗਾਨੀ ਮੁਸਲਮਾਨ ਸਮਝ ਕੇ ਸਾਡੇ ਤੇ ਅਟੈਕ ਹੋਏ ਨੇ ਕਈ ਵਾਰ। ਅਮਰੀਕਾ ਦੇ ਵਿੱਚ, ਜਿੱਥੇ ਬੈਠੇ ਯੂਰਪ ਦੀ ਕੰਟਰੀਆਂ 'ਚ, ਅਮਰੀਕਾ ਦੇ ਵਿੱਚ ਵੀ ਸਾਨੂੰ ਅਫਗਾਨੀ ਸਮਝ ਕੇ, ਮੁਸਲਮਾਨ ਸਮਝ ਕੇ ਸਾਡੇ ਤੇ ਅਟੈਕ ਵੀ ਹੋਏ ਨੇ। ਤੇ ਇੱਕ ਜਿਹੜਾ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਹਾਂ, ਉਹਨਾਂ ਭਲਾਈ ਦੇ ਕੰਮਾਂ ਦਾ ਹੀ ਹੈ ਜਿਹਦੇ ਨਾਲ ਕਿ ਸਾਡੀ ਕੌਮ ਦੀ ਜਿਹੜੀ ਚੜ੍ਹਤ ਹੈ ਉਹ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਤੇ ਹੈ। ਤੇ ਔਰ ਗੁਰੂ ਰਾਮਦਾਸ ਕਿਰਪਾ ਕਰੇ ਸੱਚੇ ਪਾਤਸ਼ਾਹ, ਇਹ ਜਿੰਨੇ ਵੀ ਘੱਲੂਘਾਰੇ ਨੇ ਹਮੇਸ਼ਾ ਇਹਨਾਂ ਦੇ ਪ੍ਰਣਾਮ, ਚਾਹੇ ਅਸੀਂ ਸੰਤਾਪ ਉਠਾਏ ਨੇ ਆਪਣੇ ਪਿੰਡੇ ਤੇ, ਲੇਕਿਨ ਇਹਨਾਂ ਦੇ ਜਿਹੜੀਆਂ ਕੌਮਾਂ ਸੰਤਾਪ ਉਠਾਉਂਦੀਆਂ ਤੇ ਰਾਜ ਵੀ ਫਿਰ ਉਹੀਓ ਕਰਦੇ ਨੇ। ਇਹ ਗੱਲ ਜ਼ਰੂਰ ਯਾਦ ਰੱਖੋ, ਵਿੱਚ ਕੋਈ ਸ਼ੱਕ ਨਹੀਂ। ਤੁਸੀਂ ਜਿਹੜੀ ਗੱਲ ਕੀਤੀ ਹੈ, ਹਾਂਜੀ, ਤੇ ਕੌਮ ਦਾ ਜਿਹੜਾ ਸੂਰਜ ਜਿਸ ਤਰ੍ਹਾਂ ਚੜ੍ਹਦਾ, ਹਾਂਜੀ ਹਾਂ, ਤੇ ਚੜ੍ਹਦੀ ਕਲਾ ਦੀ ਗੱਲ ਹੈ। ਅਸੀਂ ਅੱਜ ਰਾਜ ਕਰਨਾ, ਕੋਈ ਮੈਂ ਨਹੀਂ ਕਹਿ ਰਿਹਾ ਕਿ ਕੋਈ ਅਸੀਂ ਕੋਈ ਅੱਜ ਦੇਖੋ, ਅੱਜ ਅਮਰੀਕਾ ਕੈਨੇਡਾ 'ਚ ਜਾ ਕੇ ਸਾਡੇ ਮਿਨਿਸਟਰ ਬਣ ਰਹੇ ਨੇ, MP ਬਣ ਰਹੇ, ਉਹ ਇੱਕ ਕਿਸਮ ਦਾ ਰਾਜ ਹੀ ਹੈ ਸਾਡਾ। ਬਿਲਕੁਲ। ਹਾਂ, ਤੇ ਇਹਨਾਂ ਚੀਜ਼ਾਂ ਨਾਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਬਾਕੀ
ਹਮੇਸ਼ਾ ਹਰ ਘੱਲੂਘਾਰੇ ਦੇ ਜਿਹੜੇ ਸੰਤਾਪ ਹੈ ਛੜਾਏ। ਹਾਂ, ਮੈਂ ਇਹਨਾਂ ਜ਼ਰੂਰ ਜਾਣਾ ਕਿ ਇਹ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ, ਇਹਦੇ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਵਾਇਸ ਆਫ ਚੈਨਲ ਮਾਨਵਤਾ ਦਾ, ਤੇ ਹੋਰ ਜਿੰਨੇ ਵੀ ਸਾਡੇ ਸਪੀਕਰ ਨੇ, ਅਨਮੇਸ਼ਰ ਕੌਰ ਜੀ, ਭਾਈ ਸਾਹਿਬ ਦਾ ਨਾਮ ਮੈਂ ਭੁੱਲ ਰਿਹਾ, ਜਿਨ੍ਹਾਂ ਨੇ ਹੁਣੇ ਪਹਿਲੇ ਭਾਈ ਦਿਲਬਾਗ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਜਿਹੜੇ ਕਿ ਇਸ ਪਲੇਟਫਾਰਮ ਤੇ ਇਕੱਠੇ ਹੋਏ ਨੇ। ਤੇ ਵਾਇਸ ਆਫ ਮਾਨਵਤਾ ਤੁਸੀਂ ਮਹੀਪ ਸਿੰਘ ਜੀ ਔਰ ਆਪਣਾ ਭਾਈ ਸਾਹਿਬ ਆਪਣੇ ਜਿਹੜੇ ਹਾਂਜੀ ਉਹਨਾਂ ਦਾ ਵਾਇਸ ਆਫ ਮਾਨਵਤਾ ਹਾਂਜੀ, ਤੇ ਇਹਨਾਂ ਦਾ ਸਭ ਦਾ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜਾ ਕਿ ਤੁਸੀਂ ਆਮ ਲੋਕਾਂ ਤੱਕ ਇਹ ਗੱਲਾਂ ਪਹੁੰਚਾਉਂਦੇ ਕੋਸ਼ਿਸ਼ ਕਰ ਰਹੇ ਹੋ। ਅਗਰ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਵਿਰਸਾ ਇਤਿਹਾਸ ਨਹੀਂ ਦੱਸਾਂਗੇ ਤੇ ਸਾਡੀ ਕੌਮ ਜਿਹੜੀ ਹੈ ਉਹ ਗੁਰੂ ਸਾਹਿਬ ਤੋਂ ਦੂਰ ਹੁੰਦੀ ਜਾਏਗੀ, ਔਰ ਆਪਣੇ ਵਿਰਸੇ ਇਹ ਆਪਣੇ ਵਿਰਸੇ ਦਾ ਵੀ ਨੁਕਸਾਨ ਹੋਏਗਾ ਤੇ ਸਾਡੀ ਕੌਮ ਵੀ ਪਰਾਏ ਨੂੰ ਤੁਰ ਪਏਗੀ। ਇਹਨਾਂ ਗੱਲਾਂ ਨਾਲ ਮੈਂ ਤਾਂ ਯਾਦ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅਗਰ ਕੁਝ ਹੋਰ ਗੱਲ ਕਰਨੀ ਹੋਏਗੀ ਤੇ ਮੈਂ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ, ਮੈਂ ਬਹੁਤ ਤੁਹਾਡਾ ਮਸ਼ਹੂਰ ਹਾਂ ਤੇ ਤੁਸੀਂ ਇੰਨੇ ਸੋਹਣੇ ਤਰੀਕੇ ਨਾਲ ਇਹ ਚੀਜ਼ ਦੀ ਜਾਣਕਾਰੀ ਦਿੱਤੀ, ਕਿਉਂਕਿ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨਾ ਜਦੋਂ ਸੰਘਰਸ਼ ਕਰਦੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਲੱਭਦੇ ਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈਗੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਉਂਕਿ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਪਿਛਲੇ ਕੁਝ ਸਮੇਂ ਤੋਂ ਸਿੱਖ ਕੌਮ ਦੇ ਵਿੱਚ ਇੱਕ ਖੜੋਤ ਜੀ ਆ ਗਈ ਸੀਗੀ ਸੰਘਰਸ਼ ਦੇ ਨਾਂ ਦੇ ਉੱਤੇ, ਤੇ ਹੁਣ ਜਦੋਂ ਇਹ ਕਿਸਾਨੀ ਮੋਰਚਾ ਚੱਲਿਆ ਤੇ ਇਹਦੇ ਵਿੱਚ ਕੌਮ ਨੂੰ ਫਿਰ ਬਲ ਮਿਲਿਆ, ਕਿਉਂਕਿ ਸਾਡੀ ਕੌਮ ਇੱਕ ਮਾਰਸ਼ਲ ਕੌਮ ਹੈ, ਇੱਕ ਫਾਈਟਰ ਕੌਮ ਹੈ, ਤੇ ਜਦੋਂ ਹੁਣ ਮਿਲਿਆ ਤੇ ਇਹਦੇ ਵਿੱਚ ਵੀ ਉਹਨੂੰ ਸੰਘਰਸ਼ ਦੀ ਪ੍ਰਾਪਤੀ ਦੇ ਵਿੱਚ ਕਈ ਕੁਛ ਜਿਹੜਾ ਹੈਗਾ, ਕਿਉਂਕਿ ਹੁਣ ਸਾਡੇ ਤੋਂ ਪਦਵੀਆਂ ਵੀ ਕੁਛ ਸ਼ੁਰੂ ਹੋ ਗਈਆਂ ਸੀ। ਇਹਦੇ ਵਿੱਚ ਐਗਜ਼ੈਕਟਲੀ ਜਦੋਂ ਸੰਘਰਸ਼ ਤੁਸੀਂ ਨਹੀਂ ਕਰਦੇ ਆ ਤੇ ਫਿਰ ਤੁਹਾਡੀਆਂ ਪਦਵੀਆਂ ਜਿਹੜੀਆਂ ਹੈਗੀਆਂ ਉਹ ਵੀ ਤੁਹਾਡੇ ਹੱਥ 'ਚ ਨਹੀਂ ਹੁੰਦੀਆਂ। ਪਦਵੀਆਂ ਉਦੋਂ ਹੀ ਹੁੰਦੀਆਂ ਜਦੋਂ ਤੁਸੀਂ ਸੰਘਰਸ਼ ਕਰਦੇ ਆ, ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੌਮ ਦੇ ਵਿੱਚ ਹਮੇਸ਼ਾ ਹੁੰਦੀਆਂ। ਭੈਣ ਜੀ ਅਨਮੇਸ਼ਵਰ ਕੌਰ ਜੀ, ਤੁਸੀਂ ਸੁਣ ਰਹੇ ਸਾਡੀ ਗੱਲ? ਭੈਣ ਜੀ ਅਨਮੇਸ਼ਵਰ ਕੌਰ ਜੀ, ਇੱਕ ਚੀਜ਼ ਮਾਫੀ ਚਾਹਾਂਗਾ ਭਾਈ ਸਾਹਿਬ ਮਨਦੀਪ ਸਿੰਘ ਜੀ, ਮੈਂ ਤੁਹਾਨੂੰ ਇੱਕ ਗੱਲ ਵਿੱਚ ਮੈਂ ਜ਼ਰੂਰ ਕਹਿਣਾ ਚਾਹਨਾ। ਅੱਜ ਕਰੰਟ ਅਫੇਅਰ ਦੇ ਉੱਤੇ ਜਿਹਦਾ ਕਿਸਾਨੀ ਮੋਰਚਾ, ਇੱਕ ਸਿੱਖਾਂ ਦੀ ਖਾਸੀਅਤ ਬੜੀ ਰਹੀ ਹੈ, ਇੱਕ ਵਾਹਿਦ ਸਿੱਖ ਐਸੀ ਵਾਹਿਦ ਕੌਮ ਹੈ ਜਿਹੜੇ ਕਿ ਜੋ ਵੀ ਮੋਰਚਾ ਲਗਾਉਂਦੀ ਹੈ ਉਹ ਲੋਕ ਭਲਾਈ ਨਾਲ ਜ਼ਰੂਰ ਸੰਬੰਧਿਤ ਹੁੰਦਾ ਹੈ। ਬਿਲਕੁਲ, ਜੇ ਸਿੱਖਾਂ ਨੇ ਇਹ ਸੰਘਰਸ਼ ਕੀਤਾ, ਜੇ ਲੜਾਈ ਲੜੀ ਹੈ ਤੇ ਆਮ ਪੰਜਾਬੀਆਂ ਦੇ ਅਧਿਕਾਰਾਂ ਲਈ ਲੜੀ ਹੈ। ਜਦੋਂ ਉਹ ਦਰਬਾਣੇ ਹਾਕਮ ਜਿਹੜੇ ਕਿ ਅਫਗਾਨ ਹਾਕਮ ਜਿਹੜੇ ਸਾਡੇ ਤੇ ਆ ਕੇ ਹਮਲਾਵਰ ਹੋ ਕੇ ਸਾਡੇ ਪੰਜਾਬੀ ਕਲਚਰ ਸੱਭਿਆਚਾਰ ਨੂੰ ਨਸ਼ਟ ਕਰ ਰਹੇ ਸੀ, ਉਸ ਸਮੇਂ ਉਹਨਾਂ ਨਾਲ ਲੜਾਈ ਕਰਕੇ ਆਮ ਜਿਹੜੇ ਪੰਜਾਬੀ ਮੁਸਲਮਾਨ ਹੈ ਜਾਂ ਪੰਜਾਬੀ ਹਿੰਦੂ ਪਰਿਵਾਰ ਹੈ ਉਸ ਸਮੇਂ ਦੇ, ਜਾਂ ਆਪਣੇ ਸਿੱਖ ਪਰਿਵਾਰ ਹੈ, ਉਹਨਾਂ ਸਭ ਦੇ ਲੋਕ ਭਲਾਈ ਦੇ ਕੰਮਾਂ ਲਈ ਲੜਾਈਆਂ ਕੀਤੀਆਂ। ਇਹ ਜ਼ਰੂਰ ਅਸੀਂ ਸਾਨੂੰ ਇੱਕ ਚੀਜ਼ ਨੂੰ ਇਹਨੂੰ ਪੁਆਇੰਟ ਉਹ ਕਰਨਾ ਚਾਹੀਦਾ। ਔਰ ਅੱਜ ਵੀ ਜਿੱਦਾਂ ਕਿਸਾਨੀ ਮੋਰਚੇ ਲਈ ਅਸੀਂ ਲੜ ਰਹੇ ਹਾਂ, ਇਹ ਖਾਲੀ ਅਸੀਂ ਆਪਣੇ ਅਧਿਕਾਰਾਂ ਲਈ ਨਹੀਂ ਲੜ ਰਹੇ, ਸਾਡੇ ਅਧਿਕਾਰ ਹੈ। ਅਸੀਂ ਆਮ ਹਿੰਦੁਸਤਾਨ ਦਾ ਜਿੰਨਾ ਕਿਸਾਨ ਹੈ, ਜਿਹੜਾ ਕਿਤੇ ਵੀ ਬੈਠਾ, ਚਾਹੇ ਉਹ ਰਾਜਸਥਾਨ 'ਚ ਬੈਠਾ ਹੈ, ਚਾਹੇ ਕਲਕੱਤੇ ਬੈਠਾ ਹੈ, ਅਸਾਮ 'ਚ ਬੈਠਾ ਹੈ, ਜਾਂ ਅਸੀਂ ਸਭ ਦੀ ਗੱਲ ਕਰ ਰਹੇ ਹਾਂ। ਅਸੀਂ ਸਭ ਦੀ ਭਲਾਈ ਦੀ ਅਰਦਾਸ ਕਰਦੇ ਹਾਂ ਔਰ ਸਭ ਦੀ ਚੜ੍ਹਦੀ ਕਲਾ ਲਈ ਅਸੀਂ ਲੱਗੇ ਹੋਏ ਹਾਂ। ਔਰ ਇਹੀ ਗੱਲ ਹੈ, ਇਸੇ ਕਰਕੇ ਸਿੱਖ ਕੌਮ ਨੂੰ ਫੇਮ ਮਿਲਦਾ। ਬਸ, ਥੈਂਕ ਯੂ ਜੀ। ਭੈਣ ਜੀ ਅਨਮੇਸ਼ਵਰ ਕੌਰ ਜੀ, ਮੈਂ ਉਹਨਾਂ ਕੋਲ ਜਾਊਂਗਾ, ਕਿਉਂਕਿ ਜਦੋਂ ਛੋਟਾ ਘੱਲੂਘਾਰਾ ਜਿਹਦੀ ਅਸੀਂ ਗੱਲ ਚਰਚਾ ਅੱਜ ਕਰਦੇ ਹੈਗੇ ਆ, ਇਹਦੇ ਜਦੋਂ ਤੁਸੀਂ ਦੇਖਦੇ ਆ ਤੇ ਇਹਦੇ ਵਿੱਚ ਸਿੱਖ ਬੀਬੀਆਂ ਦਾ ਜਿਹੜਾ ਯੋਗਦਾਨ ਵੀ ਭੁਲਾਇਆ ਨਹੀਂ ਜਾ ਸਕਦਾ। ਤੁਸੀਂ ਜਿਹੜਾ ਹੈਗਾ ਇਹਦੇ ਬਾਰੇ, ਛੋਟੇ ਘੱਲੂਘਾਰੇ ਦੇ ਇਤਿਹਾਸ ਬਾਰੇ ਜੇ ਕੋਈ ਵਿਸਥਾਰ ਕਰਨਾ ਚਾਹੁੰਦੇ ਤੇ ਬੀਬੀਆਂ ਦਾ ਜਿਹੜਾ ਯੋਗਦਾਨ ਖਾਸ ਕਰਕੇ ਤੁਸੀਂ ਵੀ, ਕਿਉਂਕਿ ਇਤਿਹਾਸ ਦੇ ਨਾਲ ਸੰਬੰਧਿਤ ਹੈਗੇ ਆ, ਕਿਉਂਕਿ ਉਹ ਜਿਹੜਾ ਪੀਰੀਅਡ ਹੈ ਨਾ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, ਉਹ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਿੰਨਾ ਵੀ ਇਹ ਪੀਰੀਅਡ ਜਾਂਦਾ ਹੈਗਾ 80-90 ਸਾਲ ਦਾ, ਇਹ ਬਹੁਤ ਜ਼ਿਆਦਾ ਸਟਰਗਲ ਵਾਲਾ ਤੇ ਬੜਾ ਸੰਘਰਸ਼ ਵਾਲਾ ਪੀਰੀਅਡ ਹੈ। ਉਹਦੇ ਵਿੱਚ ਤੁਸੀਂ ਔਰਤ ਬੀਬੀਆਂ ਜਿਹੜੀਆਂ ਸਿੱਖ ਬੀਬੀਆਂ ਉਹਦੇ ਯੋਗਦਾਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਪਹਿਲੇ ਸਭ ਤੋਂ ਪਹਿਲੇ ਮੈਂ ਵੌਇਸ ਆਫ ਮਾਨਵਤਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਛੋਟੇ ਘੱਲੂਘਾਰੇ ਦੇ ਮਹਾਨ ਸ਼ਹੀਦ ਸੂਰਮਿਆਂ ਨੂੰ ਯਾਦ ਕਰਨ ਲਈ ਇਹ ਪ੍ਰੋਗਰਾਮ ਕੀਤਾ। ਤੇ ਮੈਂ ਛੋਟੇ ਘੱਲੂਘਾਰੇ ਦੇ ਮਹਾਨ ਸ਼ਹੀਦ ਸੂਰਮਿਆਂ ਦੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦੀ ਹਾਂ। ਮੈਂ ਬਹੁਤ ਜ਼ਿਆਦਾ ਇਹਦੇ ਬਾਰੇ ਨਹੀਂ ਕਹਿ ਸਕਦੀ। ਮੈਂ ਚਾਹੁੰਦੀ ਹਾਂ ਕਿ ਜਿਹੜੇ ਮਹਾਨ ਵਿਦਵਾਨ ਬੈਠੇ ਨੇ ਉਹ ਜ਼ਿਆਦਾ ਦੱਸਣ ਇਹਦੇ ਬਾਰੇ। ਮੈਂ ਸਿਰਫ ਇੱਕ ਛੋਟਾ ਜਿਹਾ ਵਾਕਿਆ ਸੁਣਾਉਣਾ ਚਾਹੁੰਦੀ ਹਾਂ ਕਿ ਜਿਹੜਾ ਦੀਵਾਨ ਕੌੜਾ ਮੱਲ ਦਾ ਹੈਗਾ, ਜਦੋਂ
ਲੜਾਈ ਦੇ ਵਿੱਚ ਗੁਰੀਲਾ ਵਾਰ ਕਰ ਰਹੇ ਸੀ ਸਿੱਖ, ਤੇ ਉਹਦੇ ਵਿੱਚ ਉਹਨਾਂ ਦਾ ਰਾਸ਼ਨ ਪਾਣੀ ਖਤਮ ਹੋ ਗਿਆ। ਜਦੋਂ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਸਿੰਘਾਂ ਨੇ ਹੱਥ ਨਹੀਂ ਛੱਡਿਆ। ਉਹਦੀ ਖਬਰ ਮੁਲਤਾਨ ਦੇ ਦੀਵਾਨ ਕੋੜਾ ਮੱਲ ਨੂੰ ਮਿਲੀ ਕਿ ਸਿੰਘਾਂ ਦਾ ਰਾਸ਼ਨ ਪਾਣੀ ਖਤਮ ਹੋ ਗਿਆ ਹੈ। ਉਹਨੇ ਇੱਕ ਚਾਲ ਚੱਲੀ, ਉਹਨੇ ਰਾਸ਼ਨ ਪਾਣੀ ਘੋੜੀਆਂ ਖੱਚਰਾਂ ਤੇ ਲੱਦ ਕੇ ਇੱਕ ਵਪਾਰੀ ਨੂੰ ਜੰਮੂ ਭੇਜਿਆ ਰਾਸ਼ਨ ਪਾਣੀ ਲੈ ਕੇ। ਔਰ ਪਿੱਛੋਂ ਉਹਨੇ ਖੁਫੀਆ ਤੌਰ ਤੇ ਕੋੜਾ ਮੱਲ ਨੇ ਸਿੰਘਾਂ ਨੂੰ ਇਤਲਾਹ ਦੇ ਦਿੱਤੀ ਕਿ ਉਹ ਜਦੋਂ ਤੁਹਾਡੇ ਉੱਥੋਂ ਲੰਘਣਗੇ ਤੁਸੀਂ ਸਾਰਾ ਰਾਸ਼ਨ ਪਾਣੀ ਲੁੱਟ ਲੈਣਾ। ਤੇ ਸਿੱਖਾਂ ਨੇ ਇੰਝ ਕੀਤਾ, ਜਦੋਂ ਉਹ ਵਪਾਰੀ ਆਪਣਾ ਰਾਸ਼ਨ ਪਾਣੀ ਲੈ ਕੇ ਲੰਘ ਰਹੇ ਸੀ ਤਾਂ ਸਿੰਘਾਂ ਨੇ ਉਹ ਸਾਰਾ ਲੁੱਟ ਲਿਆ। ਤੇ ਉਸ ਤੋਂ ਬਾਅਦ ਬੜੀ ਜੰਮ ਕੇ ਲੜਾਈ ਹੋਈ, ਉੱਥੇ ਬੜੀ ਜੰਮ ਕੇ ਲੜਾਈ ਹੋਈ ਤੇ ਸਿੰਘਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਕਿਉਂਕਿ ਹੁਣ ਉਹਨਾਂ ਕੋਲ ਰਾਸ਼ਨ ਪਾਣੀ ਵੀ ਸੀ। ਸਿੱਖ ਜੀ ਕੋੜਾ ਮੱਲ ਨੂੰ ਮਿੱਠਾ ਮੱਲ ਕਰਕੇ ਜਾਣਨ ਲੱਗੇ। ਉਹ ਇਸ ਕਰਕੇ ਜਾਣਨ ਲੱਗੇ ਕਿ ਜਿੰਨਾ ਉਸ ਕੋੜਾ ਲੱਗਦਾ ਸੀ ਉਹਨੇ ਸਿੰਘਾਂ ਨਾਲ ਬਹੁਤ ਚੰਗੀ ਤਰ੍ਹਾਂ ਸਾਥ ਦਿੱਤਾ। ਔਰ ਫਿਰ ਇਸ ਵਿੱਚ ਲਖਪਤ ਰਾਏ ਦੇ ਮਾਮੇ ਦੇ ਪੁੱਤਰ ਵੀ ਬੜੇ ਮਾਰੇ ਗਏ। ਔਰ ਉਹਨਾਂ ਨੇ ਗੁੱਸੇ ਵਿੱਚ ਆ ਕੇ ਛੰਭ ਦੇ ਜੰਗਲਾਂ ਦੇ ਵਿੱਚ ਅੱਗ ਲਗਾ ਦਿੱਤੀ ਕਿਉਂਕਿ ਸਿੱਖ ਗੁਰੀਲਾ ਵਾਰ ਕਰਦੇ ਸੀ। ਉਹ ਸਵੇਰੇ ਤਾਂ ਸੁੱਤੇ ਰਹਿੰਦੇ ਸੀ, ਰਾਤੀ ਜੰਗਲਾਂ ਚੋਂ ਨਿਕਲੇ ਮੁਗਲਾਂ ਤੇ ਹਮਲਾ ਕਰਦੇ ਸੀ। ਇਹਦੇ ਵਿੱਚ ਜਦੋਂ ਉਹਦੇ ਮਾਮੇ ਦੇ ਪੁੱਤਰ ਮਾਰੇ ਗਏ ਤਾਂ ਉਹਨੇ ਆਪਣੇ ਤਰਖਾਨ, ਖੱਤਰੀ, ਲੋਹਾਰ ਸਭ ਨੂੰ ਇਕੱਠਾ ਕੀਤਾ ਤੇ ਸਿੰਘਾਂ ਤੇ ਹਮਲਾ ਕਰਨ ਲਈ ਉਹਨਾਂ ਨੂੰ ਕਿਹਾ। ਉਹਦੇ ਵਿੱਚ ਸਿੰਘ ਬੜੀ ਬਹਾਦਰੀ ਨਾਲ ਲੜੇ ਔਰ 11,000 ਦੇ ਕਰੀਬ ਸਿੰਘ ਸ਼ਹੀਦੀ ਪਾ ਗਏ ਔਰ 12,000 ਦੇ ਕਰੀਬ ਜੰਗਲਾਂ 'ਚ ਲੱਗੀ ਅੱਗ ਕਰਕੇ ਸਿੰਘ ਸ਼ਹੀਦ ਹੋ ਗਏ। ਔਰ ਦੀਵਾਨ ਲਖਪਤ ਰਾਏ ਉਹਨਾਂ ਨੂੰ ਲਾਹੌਰ ਲੈ ਗਿਆ। ਜਿੰਨੇ ਸਿੰਘ ਬਚੇ ਉਹਨਾਂ ਨੂੰ ਬੰਦੀ ਬਣਾ ਕੇ ਲਾਹੌਰ ਲੈ ਗਿਆ ਔਰ ਉੱਥੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਕਤਲੇਆਮ ਕਰ ਦਿੱਤਾ। ਸਿੱਖ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਕਰਕੇ ਅਸੀਂ ਇਹ ਜਿਹੜੀ ਛੋਟਾ ਘੱਲੂਘਾਰਾ ਹੈ, ਸਾਨੂੰ ਬੜਾ ਮਾਣ ਹੈ ਕਿ ਸਿੰਘ ਕਿਸੇ ਵੀ ਮੈਦਾਨ ਵਿੱਚ, ਜੰਗ ਦੇ ਮੈਦਾਨ ਵਿੱਚ ਆਪਣੀ ਡਟ ਕੇ ਮੁਕਾਬਲਾ ਕੀਤਾ ਔਰ ਸ਼ਹੀਦੀਆਂ ਪਾ ਕੇ ਗਏ। ਫਿਰ ਮੈਂ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੀ ਹਾਂ। ਹਾਂਜੀ ਭੈਣ ਜੀ, ਬਹੁਤ ਧੰਨਵਾਦ ਤੁਸੀਂ ਇਸ ਸੰਬੰਧ ਵਿੱਚ ਕੀਤੇ। ਤੇ ਕਹਿੰਦੇ ਵੀ ਸਿੱਖਾਂ ਦੀ ਚੜ੍ਹਦੀ ਕਲਾ ਦਾ ਇੱਕ ਹੋਰ ਸਬੂਤ ਸੀ ਇਹਦੇ ਵਿੱਚ ਵੀ ਜਦੋਂ ਇਹ ਘੱਲੂਘਾਰਾ ਵਾਪਰਦਾ ਹੈ ਤੇ ਉਹ ਤੋਂ ਠੀਕ 1.5 ਸਾਲ ਦੇ ਵਿੱਚ ਹੀ ਸਿੰਘ ਜਾ ਕੇ ਫਿਰ ਦਰਬਾਰ ਸਾਹਿਬ ਪਹੁੰਚਦੇ ਆ ਤੇ ਆਪਣੇ ਤਿਉਹਾਰ ਨੂੰ ਵੀ ਮਨਾਉਂਦੇ ਆ ਤੇ ਆਪਣੀ ਜਿਹੜੀ ਹੈਗੀ ਆ ਗੱਲ ਕਰਦੇ। ਇੱਕ ਚੜ੍ਹਨੀ ਦਾ ਐਡਾ ਵੱਡਾ ਧੱਕਾ ਲੱਗਾ ਹੋਵੇ ਤੇ ਉੱਠਣਾ ਹੀ ਮੁਸ਼ਕਲ ਹੈ। ਇੱਕ ਉਹਨਾਂ ਨੂੰ ਜਵਾਬ ਸੀ ਜਿਹੜੇ ਕੌਮ ਦੇ ਦੋਖੀ ਸੀ ਕਿ ਤੁਸੀਂ ਸਾਨੂੰ ਮੁਕਾਇਆ ਵੀ ਮੁਕਾ ਨਹੀਂ ਸਕਦੇ। ਇੱਕ ਇਹ ਜਿਹੜੀ ਹੈਗੀ ਆ ਇਹ ਗੱਲਾਂ ਜਿਹੜੀਆਂ ਆਉਂਦੀਆਂ। ਭਾਈ ਦਿਲਬਾਗ ਸਿੰਘ ਜੀ, ਅਸੀਂ ਹਨਾ ਇਹਦੇ ਨਾਲ ਕਿਉਂਕਿ ਸਾਡੇ ਤੋਂ ਤਕਰੀਬਨ 10 ਮਿੰਟ ਦਾ ਸਮਾਂ ਹੋ ਰਿਹਾ, ਇਹ ਜੋ ਕੱਲ ਪਰਸੋਂ ਦੀਆਂ ਖਬਰਾਂ ਵਾਪਰਦੀਆਂ ਪਈਆਂ ਆ, ਜਿਹੜਾ ਉਹ ਸੌਦਾ ਸਾਧ ਜਿਹੜਾ ਹੈਗਾ ਆ ਉਹਨੂੰ ਹਰਿਆਣੇ ਦੀ ਸਰਕਾਰ ਨੇ ਜਿਹੜੀ ਪੈਰੋਲ ਦਿੱਤੀ ਹੈਗੀ ਆ ਤੇ ਜਿਹੜੇ ਸਾਡੇ ਸੰਘਰਸ਼ੀ ਸਿੰਘ ਜਿਹੜੇ ਇੰਨੇ ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੰਦ ਆ ਤੇ ਉਹਨਾਂ ਦਾ ਕਦੀ ਸਰਕਾਰ ਨੇ ਨਾ ਪਤਾ ਤੱਕ ਨਹੀਂ ਲਿਆ। ਤੇ ਉਹ ਬਲਾਤਕਾਰੀ ਸਾਧ ਜਿਹੜਾ 2 ਕੇਸਾਂ ਦੇ ਵਿੱਚ ਮੁਲਜ਼ਮ ਸਾਬਤ ਹੋਇਆ ਤੇ ਉਹਨੂੰ ਜਿਹੜੀ ਹੈਗੀ ਆ ਹਰਿਆਣੇ ਦੀ ਸਰਕਾਰ ਜਿਹੜੀ ਹੈਗੀ ਆ ਉਹਨੂੰ ਪੈਰੋਲ ਦਿੰਦੀ ਆ। ਉਹਦੇ ਸੰਬੰਧ ਵਿੱਚ ਵੀ ਥੋੜੀ ਜਿਹੀ ਆਪਣੀ ਵਿਚਾਰ ਜਿਹੜੀ ਹੈਗੀ ਤੁਸੀਂ ਰੱਖਣ ਦੀ ਕਿਰਪਾਲਤਾ ਕਰੋ। ਹਾਂਜੀ, ਇੱਥੇ ਆਪਾਂ ਪਹਿਲੇ ਇਸ ਛੋਟੇ ਘੱਲੂਘਾਰੇ ਦੇ ਸਾਰੇ ਸ਼ਹੀਦਾਂ ਨੂੰ ਚੇਤੇ ਕੀਤਾ ਹੈ। ਉਹਨਾਂ ਨੂੰ ਸਦਾ ਹੀ ਸਾਡਾ ਸਲੂਟ ਹੈ, ਉਹਨਾਂ ਦੀ ਸਿਰੜ ਨੂੰ, ਬਹਾਦਰੀ ਨੂੰ, ਸੂਰਮਗਤੀ ਨੂੰ। ਕਿਉਂਕਿ ਮੈਂ ਜਾਂਦਾ ਦਰਸ਼ਕੋ ਇਸ ਗੱਲ ਨੂੰ ਆਪਾਂ ਇਸ ਚੈਪਟਰ ਨੂੰ ਮਤਲਬ ਵਿਸ਼ੇ ਨੂੰ ਇੱਥੇ ਕਲੋਜ਼ ਕਰਕੇ ਫਿਰ ਆਪਾਂ ਜਿਹੜੀ ਵੀਰ ਜੀ ਤੁਸੀਂ ਗੱਲ ਕੀਤੀ ਉਹਦੇ ਤੇ ਆਉਣਾ ਹੈ। ਇੱਕ ਗੱਲ ਮੈਂ ਆਖਰੀ ਕਹਾਂਗਾ, ਪਹਿਲੇ ਛੋਟੇ ਘੱਲੂਘਾਰੇ ਦੇ ਉਹਨਾਂ ਸ਼ਹੀਦਾਂ ਦੇ ਸੰਬੰਧ ਵਿੱਚ ਜਿੰਨੇ ਵੀ ਆਪਣੇ ਇਸ ਵਾਇਸ ਆਫ ਮਾਨਵਤਾ ਚੈਨਲ ਦੇ ਰਾਹੀਂ ਸਰਵਣ ਕਰ ਰਹੇ ਨੇ ਕਿ ਗੁਰਬਾਣੀ ਦੇ ਨਾਲ ਉਹਨਾਂ ਯੋਧਿਆਂ ਦਾ ਬਹੁਤ ਜ਼ਿਆਦਾ ਪਿਆਰ ਸੀ।
ਤੁਸੀਂ ਦੇਖੋ ਉਹਨਾਂ ਨੇ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਨੂੰ, ਕੁਰਬਾਨੀਆਂ ਨੂੰ, ਪਰਉਪਕਾਰਾਂ ਨੂੰ ਆਪਣਾ ਰੋਲ ਮਾਡਲ ਬਣਾਇਆ ਹੋਇਆ ਸੀ, ਜਿਹਦੀ ਅੱਜ ਸਾਨੂੰ ਬੜੀ ਵੱਡੀ ਜ਼ਰੂਰਤ ਹੈ। ਅੱਜ ਸਾਡੇ ਰੋਲ ਮਾਡਲ ਜਿਹੜੇ ਨੇ ਉਹ ਨਕਲੀ ਹੀਰੋ ਬਣ ਗਏ, ਹੀਰੋਇਨ ਜਿਹੜੀਆਂ ਨੇ ਉਹ ਬਣ ਗਈਆਂ, ਨਸ਼ੇ ਦੇ ਸਮਗਲਰ ਬਣ ਗਏ, ਗੰਦੀ ਨਕੀਤੀ ਦੇ ਵਿੱਚ ਲੀਡਰ ਸਾਡੀ ਮਾਡਲ ਬਣੀ ਫਿਰਦੀ ਹੈ। ਪਿੰਡਾਂ ਦੇ ਵਿੱਚ ਧਾੜਾਂ ਦੀਆਂ ਧਾੜਾਂ ਤੁਰੀਆਂ ਫਿਰਦੀਆਂ ਨੇ। ਇਹਨਾਂ ਤੋਂ ਬਚ ਕੇ ਸਾਨੂੰ ਵੀ ਲੋੜ ਹੈ ਕਿ ਗੁਰਬਾਣੀ ਤੇ ਚੱਲਣ ਵਾਲਿਆਂ ਦਾ ਜਿਹੜਾ ਇਤਿਹਾਸ ਹੈ, ਸਾਡਿਆਂ ਬਜ਼ੁਰਗਾਂ ਦਾ, ਸਾਡਿਆਂ ਸ਼ਹੀਦਾਂ ਦਾ, ਯੋਧਿਆਂ ਦਾ, ਗੁਰੂਆਂ ਦਾ, ਉਹਨਾਂ ਨੂੰ ਆਪਣਾ ਰੋਲ ਮਾਡਲ ਬਣਾਈਏ। ਮੈਂ ਇੰਨੀ ਬੇਨਤੀ ਕਰਨੀ ਸੀ ਅਖੀਰ ਤੇ। ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ, ਸਦਾ ਹੀ ਸਾਡਾ ਪ੍ਰਣਾਮ ਹੈ ਉਹਨਾਂ ਸ਼ਹੀਦਾਂ ਨੂੰ। ਅਗਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀਰਾ ਜੀ, ਜਿਹੜੀ ਤਾਜ਼ੀ ਘਟਨਾ ਵਾਪਰੀ ਹੈ ਪਿਛਲੇ 2 ਦਿਨ ਦੇ ਵਿੱਚ, ਇਹ ਇੱਕ ਆਪਾਂ ਇਹ ਕਹੀਏ ਕਿ ਸਿਆਸੀ ਸਟੰਟ ਹੈ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿੰਨੇ ਵੀ ਸੁਣ ਰਹੇ ਨੇ, ਜਿਨੇ ਇੱਥੇ ਸਪੀਕਰ ਪਾਰਟਨਰ ਆਪਣੇ ਨਾਲ ਜੁੜੇ ਨੇ, ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਦੀ ਬਹੁਤ ਬੁਰੀ ਹਾਲਤ ਹੋਈ ਹੈ। ਇੱਕ ਤਾਂ ਕਰੋਨਾ ਕਰਕੇ ਇੰਟਰਨੈਸ਼ਨਲ ਪੱਧਰ ਤੇ ਮੋਦੀ ਦੀ ਬਹੁਤ ਦੁਰੇ ਹੋਈ ਹੈ ਸੰਸਾਰ ਭਰ ਦੇ ਵਿੱਚ। ਦੂਸਰਾ, ਰਾਜਨੀਤਿਕ ਤੌਰ ਤੇ ਜਿਹੜੀ ਹੈ ਉਹ ਬੰਗਾਲ ਦੇ ਵਿੱਚੋਂ 2, 3, 4 ਸੂਬਿਆਂ ਦੇ ਵਿੱਚੋਂ ਮੋਦੀ ਦੀ ਹਾਰ ਹੋਈ ਹੈ, ਤੇ ਬਾਕੀ ਭਾਰਤ ਸਾਰੇ ਦੇ ਵਿੱਚ ਬੀਜੇਪੀ ਦੇ ਇਸ ਵੇਲੇ ਪੈਰ ਨਹੀਂ ਲੱਗ ਰਹੇ। ਨੈਕਸਟ ਯੂਪੀ ਤੇ ਪੰਜਾਬ ਦੀਆਂ ਇਲੈਕਸ਼ਨ ਜਿਹੜੀਆਂ ਨੇ ਉਹ 22 ਦੇ ਵਿੱਚ ਆ ਰਹੀਆਂ ਨੇ। ਇਸ ਵਾਸਤੇ ਇਹ ਮੋਦੀ ਸਰਕਾਰ ਜਾਂਦੀ ਜਾਂ ਇੱਕ ਚਾਲ ਖੇਡ ਰਹੀ ਹੈ ਕਿ ਸੌਦੇ ਸਾਧ ਦਾ ਜਿਹੜਾ ਪ੍ਰਭਾਵ ਹੈ ਉਹਦੀ ਅਜੇ ਵੀ ਡੇਰੇ ਵੋਟ ਬੈਂਕ ਜਿਹੜਾ ਹੈਗਾ ਹੈ, ਇਸ ਵਾਸਤੇ ਉਹ ਵੋਟ ਬੈਂਕ ਨੂੰ ਕੈਸ਼ ਕਰਨ ਵਾਸਤੇ ਉਹਨਾਂ ਨੇ ਇੱਕ ਚਾਲ ਚੱਲੀ ਹੈ ਕਿ ਛੋਟੀ ਜੀ ਪਹਿਲਾਂ ਪੈਰੋਲ ਦਿੱਤੀ ਜਾਵੇ, ਇਸ ਤੋਂ ਬਾਅਦ ਫਿਰ ਵੱਡੀ ਪੈਰੋਲ ਵੀ ਦੇਣਗੇ। ਹੌਲੀ ਹੌਲੀ ਜਿਹੜਾ ਹੈ ਉਹ ਜਿਹੜਾ ਵੋਟ ਬੈਂਕ ਹੈ ਡੇਰੇਦਾਰ ਦਾ, ਉਹਨੂੰ ਖੁਸ਼ ਕਰਨ ਵਾਸਤੇ ਇੱਕ ਬੀਜੇਪੀ ਦੀ ਚਾਲ ਹੈ। ਬਾਕੀ ਜਿਹੜੀ ਤੁਸੀਂ ਨਾਲ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਜਿਹੜੇ ਸਾਡੇ ਜੁਝਾਰੂ ਯੋਧੇ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਪੈਰੋਲ ਕਿਉਂ ਨਹੀਂ ਮਿਲਦੀ? ਉਹਨਾਂ ਦੇ ਮਾਪਿਆਂ ਦਾ ਜੇ ਕਿਤੇ ਸੰਸਕਾਰ ਦਾ ਮੌਕਾ ਹੁੰਦਾ ਹੈ ਤੇ ਭਾਈ ਪਰਮਜੀਤ ਸਿੰਘ ਭਿਓਰਾ ਜਿਹੜਾ ਹੈ ਉਹਨੂੰ ਨਹੀਂ ਆਉਣ ਦਿੱਤਾ ਜਾਂਦਾ। ਇਹਦਾ ਕਾਰਨ ਹੈ ਕਿ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਇਸ ਹਕੂਮਤ ਵੱਲੋਂ ਸਦਾ ਹੀ, ਖਾਸ ਕਰਕੇ ਜਿਹੜੀ ਇੰਡੀਅਨ ਹਕੂਮਤ ਹੈ ਇੱਥੋਂ ਦੀ, ਭਾਵੇਂ ਕੋਈ ਵੀ ਸਰਕਾਰ ਹੋਵੇ, ਪਰ ਜਿਹੜੀਆਂ ਇੱਥੋਂ ਦੀਆਂ ਨੀਤੀਆਂ ਨੇ, ਸਰਕਾਰਾਂ ਦੇ ਪਿੱਛੇ ਏਜੰਸੀਆਂ ਨੇ, ਉਹ ਸਦਾ ਹੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੀਆਂ ਰਹਿੰਦੀਆਂ ਨੇ, ਭਾਵੇਂ ਉਹ ਬੇਅਦਬੀ ਦਾ ਮੁੱਦਾ ਹੈ ਤੇ ਭਾਵੇਂ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਯੋਧੇ ਨੇ ਉਹਨਾਂ ਦਾ ਇਹ ਮਸਲਾ ਹੈ। ਤੇ ਸੌਦੇ ਸਾਧ ਨੂੰ ਜਿਹੜਾ ਬਾਹਰ ਕੱਢਿਆ ਗਿਆ ਇੱਕ ਦਿਨ ਵਾਸਤੇ, ਉਹ ਮੈਂ ਹੁਣੇ ਦੱਸ ਕੇ ਡਿਆ ਕਿ ਇਹ ਵੋਟ ਬੈਂਕ ਨੂੰ ਕੈਸ਼ ਕਰਨ ਵਾਸਤੇ ਡੇਰੇ ਦੀ ਨੂੰ ਬੀਜੇਪੀ ਦੀ ਇੱਕ ਚਾਲ ਹੈ। ਇਹਦਾ ਕਿਉਂਕਿ ਗੱਲ ਇਹ ਆ ਵੀ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਗੱਲ ਜਿਹੜੀ ਹੈਗੀ ਆ ਵੀ ਆ ਕੇ ਮੁੱਕਣੀ ਤੇ ਹੈਗੀ ਇਹਨਾਂ ਝੂਠਿਆਂ ਨੇ, ਭਾਵੇਂ ਜਿੱਦਾਂ ਦੀਆਂ ਇਹ ਮਰਜ਼ੀ ਨੈਗੇਟਿਵ ਪਾਲਿਸੀਆਂ, ਕਿਉਂਕਿ ਬੀਜੇਪੀ ਦੀ ਹਮੇਸ਼ਾ ਜਿਹੜੀ ਸਰਕਾਰ ਜਿਹੜੀ ਹੈਗੀ ਆਰਐਸਐਸ ਦੀ ਇਹ ਪਾਲਿਸੀ ਰਹੀ ਹੈ ਕਿ ਹਮੇਸ਼ਾ ਹੀ ਇਹ ਵੰਡ ਪਾਉਣ ਵਾਲੀ ਜਿਹੜੀ ਹੈਗੀ ਗੱਲ ਕਰਦੀ ਹੈ। ਸਰਦਾਰ ਰਜਿੰਦਰ ਸਿੰਘ ਜੀ ਤੋਂ ਵੀ ਮੈਂ ਇਹਦੇ ਬਾਰੇ ਕਮੈਂਟ ਲੈਣਾ ਚਾਹਾਂਗਾ ਕਿ ਜਿਹੜਾ ਇਹ ਏਦਾਂ ਦਾ ਇੱਕ ਘਟੀਆ ਇਨਸਾਨ, ਗਲਤ, ਜਿਹਨੇ ਲੋਕਾਂ ਨੂੰ ਆਪਣੇ ਇਸ ਸ਼ਿਕੰਜੇ ਦੇ ਵਿੱਚ ਜਕੜਿਆ ਹੋਇਆ ਮਾਨਸਿਕ ਰੂਪ ਦੇ ਵਿੱਚ, ਉਹਨੂੰ ਜਿਹੜੀ ਹੈਗੀ ਆ ਜਿੱਦਾਂ ਪੈਰੋਲ ਮਿਲੀ ਜਿਹੜੀ ਹੈਗੀ ਆ ਉਹਦਾ ਕਿਉਂਕਿ ਪ੍ਰਭਾਵ, ਕਿਉਂਕਿ ਆਉਣ ਵਾਲੇ ਟਾਈਮ ਦੇ ਸਾਨੂੰ ਸੁਚੇਤ ਰਹਿਣ ਦੀ ਵੈਸੇ ਜ਼ਰੂਰਤ ਹੈ। ਇੱਕ ਤੌਰ ਦੇ ਸਾਡੇ ਮੱਥੇ ਜਿਹੜੇ ਹੈਗੇ ਕੌਮ ਦੇ ਵਿਦਵਾਨਾਂ ਦੇ ਠਣਕਣੇ ਚਾਹੀਦੇ ਆ ਵੀ ਇਹ ਬਹੁਤ ਗਲਤ ਗੱਲ ਹੋਈ ਹੈ। ਤੇ ਇਹਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ ਭਾਈ ਰਜਿੰਦਰ ਸਿੰਘ ਜੀ? ਮੈਂ ਇੱਕ ਜਿਹੜੀ ਗੱਲ ਕਰਨਾ ਚਾਹਾਂਗਾ, ਥੋੜਾ ਜਿਹਾ ਮੈਂ ਕਰੈਕਟ ਕਰਨਾ ਚਾਹੁੰਦਾ ਭੈਣ ਜੀ ਅਨਮੇਸ਼ਰ ਕੌਰ ਜੀ ਨੂੰ। ਤੁਸੀਂ ਅਨਮਿਊਟ ਕਰ ਲਓ ਆਪਣੇ ਆਪ ਨੂੰ। ਸਾਡੇ ਸਿੱਖ ਮਰਿਆਦਾ ਜਿਹੜੀ ਹੈ ਗੁਰੂ ਸਾਹਿਬ ਵੱਲੋਂ ਹੁਕਮ ਹੈ, ਅਗਰ ਤੁਸੀਂ ਪੁਰਾਤਨ ਇਤਿਹਾਸ ਨੂੰ ਖੰਗਾਲੋਗੇ ਤੇ ਗੁਰੂ ਸਾਹਿਬ ਵੱਲੋਂ ਹੁਕਮ ਹੈ, ਅਸੀਂ ਕਦੀ ਵੀ ਮਾਲ ਲੁੱਟਿਆ ਨਹੀਂ, ਚਾਹੇ ਅਸੀਂ ਭੁੱਖੇ ਰਹਿ ਗਏ ਲੇਕਿਨ ਕਦੀ ਮਾਲ ਨਹੀਂ ਲੁੱਟਿਆ। ਜਿਹੜਾ ਦੀਵਾਨ ਕੋੜਾ ਦਾ ਜਿਹੜਾ ਸਮਾਨ ਜਿਹੜਾ ਆਇਆ, ਅਸੀਂ ਉਹਨੂੰ ਸਨਮਾਨ ਨੂੰ ਲਿਆ। ਐਕਚੁਅਲੀ ਕੀ ਹੁੰਦਾ ਸੀ, ਪਹਿਲੇ ਜਿਹੜਾ ਜੰਗ ਹੁੰਦੀ ਸੀ, ਜੰਗ ਦੇ ਵਿੱਚ ਕਾਲਾ ਬਾਜ਼ਾਰੀ ਬੜੀ ਹੋ ਜਾਂਦੀ ਸੀ। ਅੱਜ ਵੀ ਤੁਸੀਂ ਦੇਖੋਗੇ ਸਾਡੇ ਹਿੰਦੁਸਤਾਨ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼, ਪੂਰੇ ਸਬ ਕੰਟੀਨੈਂਟ 'ਚ ਇੱਕ ਬੜੀ ਰਿਵਾਜ ਹੈ, ਜਦੋਂ ਔਖਾ ਸਮਾਂ ਆਉਂਦਾ ਤੇ ਉਹ ਮਾਲ ਦੇ ਰੇਟ ਵਧਾ ਦਿੰਦੇ ਲੋਕ। ਤੇ ਅਸੀਂ ਉਹ ਸਮਾਨ ਨੂੰ ਲਿਆ ਜ਼ਰੂਰ, ਕਿਉਂਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਜਦੋਂ ਰਾਸ਼ਨ ਨਹੀਂ ਮਿਲਦਾ ਸੀ, ਸਰਕਾਰਾਂ ਮਨਾ ਕਰਦੀਆਂ ਸੀ ਸਿੱਖਾਂ ਨੂੰ ਰਾਸ਼ਨ ਨਾ ਦਿਓ, ਤੇ ਉਸ ਸਮੇਂ ਸਿੱਖ ਜ਼ਬਰਦਸਤੀ ਰਾਸ਼ਨ ਲੈਂਦੇ ਸੀ, ਲੇਕਿਨ ਰਾਸ਼ਨ ਦਾ ਮੁੱਲ ਜ਼ਰੂਰ ਉਤਾਰਦੇ ਸੀ। ਮੈਂ ਜ਼ਰੂਰ ਕਹਾਂਗਾ ਉਹ ਰਾਸ਼ਨ ਜ਼ਰੂਰ ਲੈਂਦੇ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਕਾਰਜਕਾਲ 'ਚ ਸਾਨੂੰ ਇੱਕ ਚੀਜ਼ ਬੜੀ ਸਿਖਾਈ ਹੈ, ਓਨੈਸਟੀ ਇਜ਼ ਦਾ ਬੈਸਟ ਪਾਲਿਸੀ। ਉਹਨਾਂ ਨੇ ਸਾਨੂੰ ਇਹ ਪਾਲਿਸੀ ਦੇ ਕੇ ਗਏ ਨੇ
ਉਹ ਗੱਲ ਵੱਖਰੀ ਹੈ ਕਿ ਅਸੀਂ ਕਈ ਸਾਡੇ ਭਰਾ ਜਿਹੜੇ ਇਸ ਮਾਮਲੇ 'ਚ ਖਰੇ ਨਹੀਂ ਉਤਰਦੇ, ਜਿਹਦੇ ਲਈ ਸਾਨੂੰ ਬੜੀ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਲੇਕਿਨ ਸਾਡੇ ਜਿੰਨੇ ਪੁਰਾਤਨ ਸਿੱਖ ਸੀ, ਇਹਨਾਂ ਦਾ اخلاق ਬੜਾ ਅੱਛਾ ਸੀ। ਇਹ ਕਦੀ ਇਹਨਾਂ ਨੇ ਲੁੱਟ ਖੋਹ ਨਹੀਂ ਕੀਤੀ। ਜੇ ਸਿੱਖ ਮਿਸਲਾਂ ਨੇ ਜੇ ਰਹੀਆਂ ਵੀ, ਤੇ ਸਿੱਖ ਮਿਸਲਾਂ ਨੇ ਕਦੀ ਕਿਸੇ ਤੇ ਜ਼ਬਰ ਜਨਾਹ ਨਹੀਂ ਕੀਤਾ। ਕਿਉਂ? ਜ਼ਬਰ ਜਨਾਹ ਨੂੰ ਵੈਸੇ ਹੀ ਜਿਹੜਾ ਹੈ ਅਸੀਂ ਰੋਕਦੇ ਸਾਂ। ਤੇ ਗੁਰੂ ਸਾਹਿਬ ਵੱਲੋਂ ਵੀ ਸਾਨੂੰ ਹੁਕਮ ਹੈ ਕਿ ਅਸੀਂ ਕਿਤੇ ਭੱਜਦੇ ਦੇ ਵਾਰ ਨਹੀਂ ਕਰਨਾ, ਤੇ ਕਿਸੇ ਕੋਲ ਲੁੱਟ ਖੋਹ ਕਰਕੇ ਖਾਣਾ ਨਹੀਂ, ਤੇ ਕਿਸੇ ਦੀ ਜੰਗ 'ਚ ਜਿੱਤੀ ਹੋਈ ਚੀਜ਼ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਨਸ਼ਰ ਕਰਨੀ। ਇਹ ਸਾਡੇ ਤੇ ਪੱਕਾ, ਸਾਡੇ ਸਿੱਖ ਕੌਮ ਦਾ ਇੱਕ ਜਿਹਨੂੰ ਕਹੋ, ਇਹ ਸਾਡੀ ਮਰਿਆਦਾ ਸਾਫ਼ ਹੈ। ਮਤਲਬ ਜਿਹੜੀ ਕਿ ਸਿੱਖ ਕੌਮ ਦੀ ਹੋਣ ਤੋਂ ਬਾਅਦ, ਜਦੋਂ ਜੰਗਾਂ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ, ਇਹ ਸਭ ਚੀਜ਼ਾਂ ਪੱਕੀਆਂ ਚੱਲਦੀਆਂ ਆ ਰਹੀਆਂ। ਇਹ ਸਾਡੀ ਸ਼ਸਤਰ ਵਿਦਿਆ ਜਦੋਂ ਅਸੀਂ ਸਿਖਾਉਂਦੇ ਹਾਂ ਬੱਚਿਆਂ ਨੂੰ, ਤੇ ਇਹ ਬਿਲਕੁਲ ਕਨਫਰਮ ਹੁੰਦਾ ਕਿ ਇਹ ਚੀਜ਼ ਹੁੰਦੀ ਹੈ। ਹੁਣ ਰਹੀ ਗੱਲ ਅੱਜ ਸੌਦੇ ਸਾਧ ਦੀ ਗੱਲ ਕਰੀਏ, ਅੱਜ ਸੌਦੇ ਸਾਧ ਦੀ ਗੱਲ ਕਰੀਏ ਜੀ। ਤੇ ਸੌਦੇ ਸਾਧ ਦੀ ਗੱਲ ਜਿਹੜੀ ਹੈ, ਸੌਦਾ ਸਾਧ ਜਿਹੜਾ ਹੈ, ਸੌਦਾ ਸਾਧ ਅਸੀਂ ਪੈਦਾ ਕਿੱਦਾਂ ਹੁੰਦਾ ਹੈ? ਅਸੀਂ ਇਹਨਾਂ ਕਾਰਨਾਂ ਤੇ ਜਾਈਏ। ਅਸੀਂ ਅੱਜ ਸਰਕਾਰਾਂ ਦੇ ਆਪਣੇ ਮਤਲਬ ਦਾ ਕੰਮ ਕਰਦੀਆਂ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਸਰਕਾਰਾਂ ਨੇ ਤੇ ਉਹ ਕੰਮ ਕਰਨਾ ਜੋ ਉਹਨਾਂ ਨੂੰ ਵੋਟ ਪੈਣੇ ਨੇ, ਉਹਨਾਂ ਨੇ ਆਪਣੀ ਵੋਟ ਬੈਂਕ ਦੀ ਰਾਜਨੀਤੀ ਖੇਲਣੀ ਹੈ। ਲੇਕਿਨ ਸਾਡੀ ਕੌਮ ਦੇ ਵਿੱਚ ਇਹ ਡੇਰੇਦਾਰਾਂ ਨੂੰ ਇੰਨੀ ਖੁੱਲ੍ਹ ਕਿੱਦਾਂ ਮਿਲਦੀ ਹੈ? ਇਸ ਦੇ ਉੱਤੇ ਸਾਡੇ ਪ੍ਰਚਾਰ ਪ੍ਰਸਾਰ ਦੀ ਕਮੀ ਹੈ, ਸਾਡੇ اخلاق ਦੀ ਕਮੀ ਹੈ, ਔਰ ਸਾਡੀ ਜਥੇਬੰਦੀਆਂ ਦੀ ਆਪਸ ਚ ਟੁੱਟ ਫੁੱਟ ਦੀ ਕਮੀ ਹੈ। ਜਿਹੜੇ ਕਿ ਇਹ ਡੇਰੇਦਾਰ ਅੱਜ ਇੰਨੇ ਮਜ਼ਬੂਤ ਹੋ ਗਏ ਨੇ ਕਿ ਅੱਜ ਸਰਕਾਰਾਂ ਚਾਹ ਕੇ ਵੀ ਅੱਜ ਸਾਡੀ ਜਥੇਬੰਦੀਆਂ ਨਾਲ ਨਹੀਂ ਕਰਦੀਆਂ, ਸਿੱਖ ਜਥੇਬੰਦੀਆਂ 'ਚ ਪਾੜ ਪਾ ਰਹੀਆਂ। ਤੇ ਇਹ ਡੇਰੇ ਵਾਲਿਆਂ ਨੂੰ ਇਹਨਾਂ ਨੂੰ ਚੁੱਕ ਰਹੀਆਂ। ਕਿਉਂ? ਕਿਉਂਕਿ ਉਹਨਾਂ ਦਾ ਇੱਕ ਪੋਲੀਟੀਕਲ ਮੋਟਿਵ ਹੈ, ਇੱਕ ਪੋਲੀਟੀਕਲ ਉਹ ਹੈ। ਤੇ ਮੈਂ ਕਿਤੇ ਨਾ ਕਿਤੇ ਇਹ ਜ਼ਰੂਰ ਕਹਿਣਾ ਕਿ ਜੇ ਸਰਕਾਰਾਂ ਦੇ ਤੇ ਕੰਮ ਹੈ, ਜੋ ਵੀ ਸਰਕਾਰ ਹੁੰਦੀ ਹੈ, ਉਹਨਾਂ ਨੇ ਤੇ ਆਪਣੇ ਟੈਕਟਿਕਸ ਚਲਾਣੇ ਨੇ। ਮੈਂ ਨਹੀਂ ਕਹਿ ਰਿਹਾ ਕਿ ਉਹ ਕੋਈ ਅੱਛਾ ਕਰ ਰਹੇ ਨੇ, ਲੇਕਿਨ ਕਿਤੇ ਨਾ ਕਿਤੇ ਵੀਰ ਜੀ ਸਾਡੀ ਵੀ ਕਮੀ ਹੈ। ਅਸੀਂ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਨਾਲ ਨਹੀਂ ਜੋੜਦੇ। ਅਸੀਂ ਉਹ ਬੱਚਿਆਂ ਨੂੰ ਕਹਿੰਦੇ ਆ, ਇੱਕ ਛੋਟੇ ਲਾਲਚ ਆ, ਫਲਾਣੇ ਬਾਬਾ ਜੀ ਕੋ ਜਾਈ, ਫਲਾਣੇ ਬਾਬਾ ਜੀ ਤੈਨੂੰ ਮੰਤਰ ਮਾਰ ਕੇ ਦੇ ਦੇਣਗੇ ਤੇ ਬੱਚਿਆ ਪੇਪਰ 'ਚ ਪਾਸ ਹੋ ਜਾਏਗਾ। ਅਸੀਂ ਕਿਤੇ ਨਾ ਅਸੀਂ ਆਪਣੇ ਬੱਚਿਆਂ ਦੇ ਵਿੱਚ ਡਰ ਪੈਦਾ ਕਰਦੇ ਹਾਂ। ਤੇ ਗੁਰੂ ਨਾਨਕ ਨੇ ਸਾਨੂੰ ਨਿਰਭਉ ਬਣਾਇਆ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਅਭਿਆਸ ਜਿਹੜਾ ਹੈ, ਤੁਹਾਡਾ ਅਭਿਆਸ ਤੁਹਾਡੀ ਸਫਲਤਾ ਦਾ ਕਾਰਨ ਹੈ। ਅਸੀਂ ਤਾਂ ਪ੍ਰੈਕਟੀਕਲ ਕੌਮ ਆ, ਔਰ ਸਾਡੀ ਜਿਹੜੀ ਸਾਡੀ ਸਮਾਜ 'ਚ ਆਈ ਗਿਰਾਵਟ ਹੈ, ਅੱਜ ਉਹਦਾ ਵੀ ਇਹ ਨਤੀਜਾ ਹੈ ਕਿ ਐਸੇ ਬਾਬੇ ਜਿਹੜੇ ਡੇਰੇ ਕਿਸੇ ਸਮੇਂ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਸੀ, ਅੱਜ ਉਹ ਸਾਡੇ ਸਿਰਾਂ ਤੇ ਬਹਿ ਕੇ ਨੱਚਣ ਡੇ ਨੇ। ਤੇ ਇਹਦੇ ਲਈ ਸਾਡਾ ਆਪਣਾ ਵੀ ਪ੍ਰਚਾਰ ਪ੍ਰਸਾਰ ਦੀ ਕਮੀ ਹੈ, ਜਿਹੜੀ ਅਸੀਂ ਕਮੀ ਕਰਕੇ ਅਸੀਂ ਆਪਣੇ ਲੋਕਾਂ ਦੇ ਵਿੱਚ ਉਹ ਜਜ਼ਬਾ ਨਹੀਂ ਭਰਿਆ ਸਿੱਖੀ ਦਾ। ਨਹੀਂ ਤਾਂ ਸਿੱਖ ਤੇ ਕਦੀ ਮੰਗਤਾ ਵੀ ਨਹੀਂ ਹੋਇਆ, ਕਦੀ ਸਿੱਖ ਨੇ ਕਦੀ ਮੰਗਿਆ ਵੀ ਨਹੀਂ। ਸਿੱਖ ਦਾਤਾ ਅਕਾਲ ਪੁਰਖ ਤੇ ਵਿਸ਼ਵਾਸ ਕਰਦਾ। ਤੇ ਮੈਂ ਜ਼ਰੂਰ ਕਹਾਂਗਾ, ਔਰ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਯਾਦ ਰੱਖਾਂ, ਕੋਈ ਭੁੱਲ ਚੁੱਕ ਹੋ ਗਈ। ਹਾਂਜੀ ਸਰਦਾਰ ਰਜਿੰਦਰ ਸਿੰਘ ਜੀ, ਆਪਣਾ ਐਡਰੈਸ ਇਹਨਾਂ ਦਾ ਦੱਸਦੇ ਜਾਓ। ਬਹੁਤ ਪਿਆਰੀਆਂ ਗੱਲਾਂ ਕੀਤੀਆਂ ਤੁਸੀਂ, ਬਹੁਤ ਸੋਹਣਾ ਲੱਗਾ ਜੀ। ਹਾਂਜੀ, ਇਹ ਤਾਂ ਅਸੀਂ ਸ਼ੁਰੂ ਵਿੱਚ ਤੁਹਾਡੀਆਂ ਗੱਲਾਂ 'ਚ ਅਸੀਂ ਇੰਨੇ ਮਸਤ ਹੋ ਗਏ ਕਿ ਅਸੀਂ ਜਿਹੜਾ ਤੁਹਾਡੀ ਇੰਟਰੋਡਕਸ਼ਨ ਵੀ ਨਹੀਂ ਆਪਣੇ ਨਾਲ ਜਿਹੜੀ ਹੈਗੀ ਕਰ ਸਕਦੇ, ਕਿਉਂਕਿ ਭੈਣ ਜੀ ਨਿਮੇਸ਼ਵਰ ਕੌਰ ਜੀ ਇਹ ਤਾਂ ਦਿੱਲੀ ਤੋਂ ਸੰਬੰਧਿਤ ਹੈਗੇ ਆ। ਤੁਹਾਡੇ ਤੋਂ ਅਸੀਂ ਇੰਨਾ ਮੈਂ ਦਿੱਲੀ ਤੋਂ ਜੀ, ਦਾਸ ਦਿੱਲੀ ਤੋਂ। ਅਸੀਂ ਵਿਰਾਸਤ ਕਰਕੇ ਟਰਸਟ ਲਾਉਂਦੇ ਹਾਂ, ਵਿਰਾਸਤ ਸਿੱਖੀਜ਼ਮ ਟਰਸਟ। ਉਹਦੇ ਵਿੱਚ ਅਸੀਂ ਕੰਮ ਹੀ ਤਬਲੀਗ ਦਾ ਕਰਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ। ਦੇਖੋ, ਸਾਨੂੰ ਆਪਣੇ ਬੱਚਿਆਂ ਨੂੰ ਦੋ ਤਰ੍ਹਾਂ ਦੀ ਐਜੂਕੇਸ਼ਨ ਦੇਣ ਦੀ ਲੋੜ ਹੈ। ਇੱਕ ਤੇ ਮੋਰਲ ਐਜੂਕੇਸ਼ਨ ਦੇਣ ਦੀ ਲੋੜ ਹੈ, ਤੇ ਇੱਕ ਬੱਚਿਆਂ ਨੂੰ ਜੋ ਸਾਡੀ ਗੁਰੂ ਸਾਹਿਬ ਦੀ ਦਿੱਤੀ ਐਜੂਕੇਸ਼ਨ ਹੈ। ਇੱਕ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਦੁਨਿਆਵੀ ਐਜੂਕੇਸ਼ਨ 'ਚ ਵੀ ਬੱਚੇ ਸਾਡੇ ਅੱਗੇ ਵੱਧ ਕੇ ਆਉਣ। ਅੱਜ ਅਗਰ ਅਸੀਂ ਪਿੱਛੇ ਆ, ਤੇ ਸਾਡੇ ਪਿੱਛੇ ਕਾਰਨ ਦਾ ਰਹਿਣ ਦੇ ਇੱਕੋ ਕਾਰਨ ਹੈ, ਨਾ ਤੇ ਅਸੀਂ ਆਪਣੇ ਬੱਚਿਆਂ ਨੂੰ ਮੋਰਲ ਐਜੂਕੇਸ਼ਨ ਚੰਗੇ ਢੰਗ ਨਾਲ ਦੇ ਪਾਏ ਆ, ਨਾ ਹੀ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਹੈ ਦੁਨਿਆਵੀ ਐਜੂਕੇਸ਼ਨ 'ਚ ਅੱਗੇ ਲਿਆ ਕੇ ਆਏ। ਤੇ ਵਿਰਾਸਤ ਸਿੱਖੀਜ਼ਮ ਟਰਸਟ ਅਸੀਂ ਕੰਮ ਹੀ ਬੱਚਿਆਂ ਦੇ ਉੱਤੇ ਕਰਦੇ ਹਾਂ। ਅਸੀਂ ਬੱਚਿਆਂ ਨੂੰ ਕੈਂਪ ਲਗਾ ਕੇ ਬੱਚਿਆਂ ਨੂੰ ਐਜੂਕੇਸ਼ਨ ਔਰ ਇਹਦੇ ਉੱਤੇ ਪ੍ਰਮੋਟ ਕਰਦੇ ਹਾਂ। ਭੈਣ ਜੀ ਨਿਮੇਸ਼ਵਰ ਕੌਰ ਜੀ ਕਾਫੀ ਦੇਰ ਦੇ ਆਪਣਾ ਵਿਚਾਰ ਸਾਂਭ ਕੇ ਬੈਠੇ ਆ, ਉਹ ਕੋਈ ਗੱਲ ਕਰਨੀ ਚਾਹੁੰਦੇ ਆ। ਇਹ ਤੋਂ ਪਹਿਲਾਂ ਮੈਂ ਜਿਹੜੀ ਗੱਲ ਕਰ ਦਵਾਂ, ਥੋੜਾ ਜਿਹਾ ਨਿਰਣਾ ਕਰ ਦਿੱਤਾ। ਮਨਦੀਪ ਸਿੰਘ ਜੀ, 1 ਮਿੰਟ ਹੋ ਲਾਂਗਾ। ਮੈਂ ਮੇਘਰਾਜ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਮੈਨੂੰ
ਨਾਮ ਨਹੀਂ ਆਉਂਦਾ, ਮੈਂ ਕਈ ਵਾਰ ਭੁੱਲ ਜਾਂਦਾ ਨਾਮ, ਤੇ ਮੈਂ ਮੇਘਰਾਜ ਜੀ ਦਾ ਵੀ ਬਹੁਤ ਉਚੇਚੇ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਕਿ ਉਹਨਾਂ ਨੇ ਇਹ ਟਾਈਮ ਦਿੱਤਾ ਔਰ ਤੁਹਾਡੇ ਵਰਗੇ ਪਤਵੰਤੇ ਸੱਜਣਾਂ ਨਾਲ ਮਿਲਣ ਦਾ ਮੌਕਾ ਮਿਲਿਆ। ਹਾਂਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਕਮਾਲ ਦੇ ਤੁਸੀਂ ਵਿਚਾਰ ਰੱਖੇ, ਤੇ ਕਿਉਂਕਿ ਮੇਘਰਾਜ ਸਿੰਘ ਜੀ ਤੇ ਸਾਡੇ ਕੀ ਸਕਦੇ ਸਾਨੂੰ ਇੱਕ ਪਲੇਟਫਾਰਮ ਉਹਨਾਂ ਨੇ ਦਿੱਤਾ ਇਹੋ ਜਿਹੇ ਕੌਮ ਦੇ ਪੰਥਕ ਮੁੱਦੇ, ਕਿਉਂਕਿ ਇਸ ਤੋਂ ਪਹਿਲਾਂ ਇਦਾਂ ਦੀਆਂ ਵਿਚਾਰਾਂ, ਕਿਉਂਕਿ ਸਮਾਂ ਬਦਲਦਾ, ਉਹਦੇ ਨਾਲ ਟੈਕਨੋਲੋਜੀ ਬਦਲੀ। ਹੁਣ ਸਾਡੀ ਇਸ ਵਰਚੁਅਲ ਮੀਟਿੰਗ, ਮੈਂ ਅਮਰੀਕਾ ਤੋਂ ਬੋਲ ਰਿਹਾ, ਭਾਈ ਦਿਲਬਾਗ ਸਿੰਘ ਜੀ ਅੰਮ੍ਰਿਤਸਰ ਤੋਂ ਸੰਬੰਧਿਤ ਹੈਗੇ ਆ, ਤੁਸੀਂ ਦਿੱਲੀ ਤੋਂ ਜੁੜੇ ਆ, ਇੱਕ ਮਿਲ ਕੇ ਇੱਕ ਵਿਚਾਰ ਗੋਸ਼ਟੀ ਜਿਹਨੂੰ ਕਹਿੰਦੇ ਆ ਉਹ ਹੋਈ। ਤੇ ਗੱਲ ਇਹ ਆ ਵੀ ਸੰਘਰਸ਼ ਜਦੋਂ ਹੁੰਦਾ ਨਾ ਕੌਮਾਂ ਦੇ ਵਿੱਚ, ਉਹਦੇ ਵਿੱਚ ਕਈ ਕੁਛ ਕਰਨਾ ਪੈਂਦਾ। ਜਿਹੜੀ ਉਹ ਲੁੱਟ ਵਾਲੀ ਜਿਹੜੀ ਗੱਲ, ਜਿਹੜੀ ਤੁਸੀਂ ਜਿਹੜੀ ਆਪਣੇ ਉਹ ਗੱਲ ਵਾਲੀ ਗੱਲ ਕੀਤੀ, ਉਹਦੇ ਵਿੱਚ ਕਈ ਕੁਛ ਸਿੱਖਾਂ ਦੀਆਂ ਇੱਕ ਨੀਤੀਆਂ ਹੁੰਦੀਆਂ, ਜਿਹੜੇ ਸਾਡੇ ਹਮਦਰਦ ਵੀ ਸੀ, ਤੇ ਜਿਹੜੇ ਲੋਕਾਂ ਦਾ ਪਹਿਲਾਂ ਹੀ ਖੂਨ ਚੂਸਦੇ ਸੀਗੇ, ਉਹਨਾਂ ਨੂੰ ਸਬਕ ਸਿਖਾਉਂਦੇ ਮਾਰੇ ਵੀ ਕੁਛ ਨਾ ਕੁਛ ਨੀਤੀ ਏਦਾਂ ਦੀ ਬਣਾਈ ਜਾਂਦੀ ਸੀ ਸਿੱਖਾਂ ਵੱਲੋਂ, ਕਿ ਜਿਹੜੇ ਆਪਣਾ ਢਿੱਡ ਭਰਦੇ ਆ ਤੇ ਉਹਨਾਂ ਨੂੰ ਹੌਲੇ ਕਿੱਦਾਂ ਕਰਨਾ, ਪੰਜਾਬੀ ਚ ਅਸੀਂ ਕਹਿੰਦੇ ਨੇ ਉਹਨਾਂ ਨੂੰ ਹੌਲੇ ਕਿੱਦਾਂ ਕਰਨਾ। ਇਸ ਕਰਕੇ ਸਿੱਖ ਇੱਕ ਜਗ੍ਹਾ ਤੇ ਭਾਈ ਰਤਨ ਸਿੰਘ ਭੰਗੂ ਦੀ ਜਿਹੜੀ ਗੱਲ ਹੁੰਦੀ ਹੈ ਨਾ, ਲੂਟ ਪੂਟ ਖਾਵਣੇ ਕੋ ਡਾਢੇ ਸਰਦਾਰ ਸਾਹਿਬ, ਉੱਥੇ ਅਕਾਲੀਆਂ ਦੇ ਅਸਕਾਰੀਆਂ ਦੀ ਗੱਲ ਹੁੰਦੀ ਹੈ, ਉੱਥੇ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਦੁਸ਼ਟ ਪਹਿਲਾਂ ਹੀ ਲੋਕਾਂ ਦਾ ਲੁੱਟ ਕੇ ਖਾਂਦੇ ਆ ਨਾ, ਉਹਨਾਂ ਨੂੰ ਫਿਰ ਸਿੱਖ ਹੌਲੇ ਵੀ ਕਰਦੇ ਸੀਗੇ। ਮੈਂ ਉਹ ਗੱਲ ਦਾ ਪਹਿਲਾਂ ਹੀ ਨਿਰਣਾ ਕਰ ਦਵਾਂ, ਕਿਉਂਕਿ ਅਬਦਾਲੀ ਦੀ ਗੱਲ ਜਦੋਂ ਆਉਂਦੀ ਹੈ ਜਾਂ ਦੂਸਰੇ ਦੇ ਜਿਹੜੀ ਗੁਰੀਲਾ ਵਾਰ ਆ, ਇਹਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਾਂਦੇ ਜਿੱਦਾਂ ਉਹ ਮਾਲ ਸਾਹਿਬ ਲੋਕਾਂ ਦਾ ਲੁੱਟ ਕੇ ਆਉਂਦੇ ਸੀ, ਫਿਰ ਸਿੱਖ ਉਹਨਾਂ ਨੂੰ ਗੁਰੀਲਾ ਯੁੱਧ ਨੀਤੀ ਦੇ ਨਾਲ ਫਿਰ ਉਹਨੂੰ ਹੌਲੇ ਕਰਦੇ ਸੀਗੇ, ਉਹਨਾਂ ਨੂੰ ਹਲਕੇ ਕਰਕੇ ਭੇਜਦੇ ਸੀਗੇ ਵੀ ਉਹ ਸਾਰਾ ਸਮਾਨ ਲਿਜਾ ਨਾ ਸਕੇ। ਭੈਣ ਜੀ ਰਮੇਸ਼ਵਰ ਕੌਰ ਜੀ, ਤੁਸੀਂ ਵੀ ਆਪਣੇ ਵਿਚਾਰ ਰੱਖੋ। ਮੈਂ ਨਿਰਣਾ ਕਰ ਹੀ ਦਿੱਤਾ ਤੁਹਾਡੀ ਗੱਲ ਦਾ। मैं माफी मंगनी है, मैं बहुत ज्यादा गलत बोल गई। नहीं गलत नहीं बोले, ਅਸੀਂ ਤੁਹਾਡਾ ਨਿਰਣਾ ਕਰ ਦਿੱਤਾ ਤੁਹਾਡੀ ਗੱਲ ਦਾ। ਭੈਣ ਜੀ ਮੈਂ ਇੱਕ ਗੱਲ ਕਹਿਣਾ ਚਾਹਾਂ, ਟੰਗ ਟਵਿਸਟ ਹੋ ਗਈ, ਜਿਹਨੂੰ ਸਮਝ ਲਓ ਤੁਸੀਂ। ਬੋਲਣ ਦੇ ਵਿੱਚ ਮੇਰੇ ਕੋਲੋਂ ਸਹੀ ਨਹੀਂ ਬੋਲਿਆ ਗਿਆ। ਮੇਰਾ ਮਕਸਦ ਨਹੀਂ ਸੀ ਕਿ ਸਿੱਖ ਸੱਚਮੁੱਚ ਹੀ ਜ਼ੁਲਮ ਕਰਦੇ ਨੇ ਜਾਂ ਲੁੱਟਦੇ ਨੇ, ਬਿਲਕੁਲ ਨਹੀਂ ਕਰਦੇ। ਇਹ ਸਿਰਫ ਦੀਵਾਨ ਕੋੜਾ ਮੱਲ ਨੇ ਉਹਨਾਂ ਨੂੰ ਇਸ ਮਤਲਬ ਤਰੀਕੇ ਨਾਲ ਭੇਜਿਆ ਤਾਂ ਕਿ ਉਹਨਾਂ ਕੋਲੋਂ ਸਮਾਨ ਲੈ ਕੇ ਤੇ ਸਿੱਖਾਂ ਦਾ ਬਿਲਕੁਲ ਸੌਰੀ ਮਨਦੀਪ ਜੀ, ਮੈਂ ਇਹ ਗੱਲ ਕਰਨਾ, ਭੈਣ ਜੀ ਤੁਹਾਡੀ ਗਲਤੀ ਨਹੀਂ ਹੈ, ਇਹ ਮਿਸਟੇਕ ਸਾਡੇ ਇਤਿਹਾਸ ਲਿਖਣ ਵਾਲਿਆਂ ਦੇ ਬਹੁਤ ਜ਼ਿਆਦਾ ਹੈ। ਜਦੋਂ ਤੁਸੀਂ ਹੋਰ ਜਿਹੜੇ ਦੂਸਰੇ ਪੰਜਾਬੀ ਧਿਰਾਂ ਨਾਲ ਬੈਠੋਗੇ ਤੇ ਆਮ ਤੌਰ ਤੇ ਸਿੱਖ ਮਿਸਲਾਂ ਨੂੰ ਸਾਡੇ ਇਤਿਹਾਸਕਾਰਾਂ ਨੇ ਕੁਝ ਗਲਤ ਡਿਸਕ੍ਰਾਈਬ ਕਰਤਾ, ਔਰ ਉਸ ਡਿਸਕ੍ਰਾਈਬ ਦਾ ਨਤੀਜਾ ਹੈ, ਗਲਤ ਨਤੀਜਾ ਹੈ ਕਿ ਆਮ ਸਾਨੂੰ ਵੀ ਉਹ ਹੀ ਅਫਗਾਨੀ ਲੁਟੇਰਿਆਂ ਵਾਂਗ ਲੁਟੇਰਾ ਹੀ ਮੰਨਿਆ ਜਾਂਦਾ। ਅਗਰ ਤੁਸੀਂ ਦੇਖੋਗੇ ਆਮ ਜਿਹੜਾ ਸਿੱਖ, ਤੇ ਚਲੋ ਅਸੀਂ ਤੇ ਆਪਣੀ ਮਜ਼ਹਬ ਦੀ ਗੱਲ ਕਰਦੇ ਹਾਂ, ਜਿਹੜਾ ਆਮ ਦੂਸਰੇ ਆਦਮੀ ਨੇ ਉਹ ਸਾਨੂੰ ਸਾਡੀ ਮਿਸਲਾਂ ਨੂੰ ਲੁਟੇਰਾ ਕਹਿ ਕੇ ਸੰਬੋਧਿਤ ਕਰਦੇ ਨੇ ਕਿ ਉਹ ਵੀ ਲੁਟੇਰੇ ਸੀ, ਜੇ ਅਫਗਾਨੀ ਲੁਟੇਰੇ ਸੀ ਤੇ ਸਿੱਖ ਵੀ ਲੁਟੇਰੇ ਸੀ। ਤੇ ਫਿਰ ਅਸੀਂ ਉਹਨਾਂ ਨੂੰ ਇਸੇ ਪਲੇਟਫਾਰਮ ਤੇ ਇੱਕੋ ਗੱਲ ਸਮਝਾਉਂਦੇ ਹਾਂ ਕਿਉਂਕਿ ਦਾਸ ਦਾ ਜਿਹੜਾ ਸੰਬੰਧ ਹੈ, ਮੇਰੀ 10ਵੀਂ ਪੀੜ੍ਹੀ ਹੈ ਸਿੱਖ ਧਰਮ ਚ, ਤੇ 9 ਪੀੜ੍ਹੀਆਂ ਮੇਰੇ ਤੋਂ ਪਹਿਲੇ ਸਿੱਖ ਧਰਮ ਪੰਥ ਦੀ ਵਿੱਚ ਸੇਵਾ ਕਰਦੀਆਂ। ਮੇਰਾ ਮਾਝੇ ਤੋਂ, ਅੰਮ੍ਰਿਤਸਰ ਤੋਂ ਮੈਂ ਬਿਲੋਂਗ ਕਰਦਾ। ਮੇਰੇ ਦਾਦਾ ਜੀ ਨੇ ਆ ਕੇ ਸ਼ਸਤਰ ਵਿਦਿਆ ਦੇ ਕੈਂਪ ਲਗਾਏ, ਔਰ ਇੰਡੀਆ ਚ ਜਿੱਥੇ ਵੀ ਮੇਰੇ ਦਾਦਾ ਜੀ ਗਏ ਉੱਥੇ ਸ਼ਸਤਰ ਵਿਦਿਆ ਦੇ ਕੈਂਪ ਲਗਾਏ। ਉਹ ਸਾਨੂੰ ਇੱਕੋ ਗੱਲ ਬੜੀ ਸਿਖਾਉਂਦੇ ਸਨ ਕਿ ਗੁਰੂ ਸਾਹਿਬ ਦਾ ਹੁਕਮ ਹੈ, ਜੰਗ ਦੇ ਵਿੱਚ ਭੱਜਦੇ ਤੇ ਵਾਰ ਨਹੀਂ ਕਰਨਾ, ਲੁੱਟ ਖੋਹ ਦਾ ਮਾਲ ਨਹੀਂ ਖਾਣਾ, ਲੁੱਟ ਖੋਹ ਨਹੀਂ ਕਰਨੀ। ਜੇ ਤੁਹਾਨੂੰ ਰਾਸ਼ਨ ਨਹੀਂ ਮਿਲ ਰਿਹਾ ਤੇ ਤੁਸੀਂ ਉਹਦਾ ਜਿਹੜਾ ਉਚਿਤ ਮੁੱਲ ਹੈ ਉਹ ਦੇ ਕੇ ਲੈ ਲੈਣਾ, ਮਤਲਬ ਕਾਲਾ ਬਾਜ਼ਾਰੀ ਨਹੀਂ ਹੋਣ ਦੇਣੀ। ਤੇ ਤੀਜਾ ਜਿਹੜਾ ਹੈ, ਕਿਸੇ ਦੀ ਧੀ ਭੈਣ ਨੂੰ ਨਸ਼ਰ ਨਹੀਂ ਕਰਨਾ। ਜੰਗ ਦੇ ਵਿੱਚ ਕੋਈ ਵੀ ਜੰਗ ਤੋਂ ਬਾਅਦ ਤੁਸੀਂ ਇਹ ਦੇਖੋ, ਅਗਰ ਸਿੱਖ ਮਿਸਲਾਂ ਨੇ ਦਿੱਲੀ ਫਤਿਹ ਕੀਤੀ ਤੇ ਦਿੱਲੀ ਫਤਿਹ ਕਰਨ ਤੋਂ ਬਾਅਦ ਨਾਦਰ ਸ਼ਾਹ ਨੇ ਜੋ ਦਿੱਲੀ ਦੇ ਵਿੱਚ 3 ਦਿਨ ਕੁਰਾਨ ਮਚਾਇਆ ਸੀ, ਉਹ ਅੱਜ ਤੱਕ ਦਿੱਲੀ ਦੇ ਲੋਕਾਂ ਦਾ ਸਭ ਨਾਲ ਵੱਡਾ ਕਤਲ ਗਾਰਤ ਔਰ ਲੁੱਟ ਖੋਹ ਜਿਹੜੀ ਸੀ ਉਹ ਨਾਦਰ ਸ਼ਾਹ ਨੇ ਕੀਤੀ ਸੀ। ਰਾਜੇ ਨੇ ਵੀ ਲੁੱਟਿਆ ਤੇ ਆਮ ਵਪਾਰੀਆਂ ਲੋਕਾਂ ਨੂੰ ਵੀ ਲੁੱਟਿਆ। ਤੇ ਸਿੱਖ ਐਸੇ ਸੀ ਜਿਨ੍ਹਾਂ ਨੇ ਦਿੱਲੀ ਲੁੱਟੀ ਤੇ ਮਿਠਾਈ ਪੁੱਲ ਤੇ ਮਿਠਾਈਆਂ ਵੰਡੀਆਂ, ਲੁੱਟੀ ਨਹੀਂ। ਜਦੋਂ ਦਿੱਲੀ ਜਿੱਤੀ ਉਹਨਾਂ ਨੇ ਮਿਠਾਈ ਪੁੱਲ ਤੇ ਮਿਠਾਈਆਂ ਵੰਡੀਆਂ। ਆਮ ਲੋਕਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ। ਤੇ ਜਿਹੜਾ ਸਬੂਤ ਹੈ, ਦਿੱਲੀ ਦੇ ਵਿੱਚ ਅੱਜ ਮਿਠਾਈ ਪੁੱਲ ਹੈਗਾ। ਅਸੀਂ, ਸਾਡੀ ਜਿਹੜੀ ਕੌਮ ਹੈ, ਅਸੀਂ ਆਪਣੇ ਇਤਿਹਾਸ ਨੂੰ ਥੋੜਾ ਜਿਹਾ ਢੰਗ ਨਾਲ ਡਿਸਕ੍ਰਾਈਬ ਕਰੀਏ। ਭੈਣ ਜੀ ਤੁਹਾਡੀ ਕੋਈ ਗਲਤੀ ਨਹੀਂ ਹੈ,
ਇੱਥੇ ਸਾਡੇ ਇਤਿਹਾਸ ਨੂੰ ਲਿਖਣ ਵਾਲਿਆਂ ਦੇ ਵਿੱਚ ਹੀ ਕਮਜ਼ੋਰੀਆਂ ਰਹਿ ਗਈਆਂ। ਮੈਂ ਇਹਨਾਂ ਸ਼ਬਦਾਂ ਨਾਲ ਕੀਮਤ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਕਮਾਲ ਦੀ ਜਿਹੜੀ ਵਿਚਾਰ ਜਿਹੜੀ ਹੈਗੀ ਹੋਈ ਹੈ, ਬੜੀ ਸ਼ੋਭਾ ਵੀ ਖੁਸ਼ੀ ਵੀ ਹੁੰਦੀ ਹੈ ਵੀ ਜਦੋਂ ਅਸੀਂ ਆਪਣੇ ਕੌਮ ਦੇ ਵਿਦਵਾਨਾਂ ਦੇ ਨਾਲ ਜਦੋਂ ਗੱਲ ਕਰਦੇ ਹਾਂ ਸਾਡੇ, ਕਿਉਂਕਿ ਆਪਸ ਵਿੱਚ ਜਦੋਂ ਵਿਚਾਰ ਗੋਸ਼ਟੀ ਹੁੰਦੀ ਹੈ ਤੇ ਕਈ ਨੁਕਤੇ ਜਿਹੜੇ ਇਤਿਹਾਸ ਨੁਕਤੇ ਜਿਹੜਾ ਦਾ ਸਾਨੂੰ ਨਹੀਂ ਪਤਾ ਹੁੰਦਾ ਇੱਕ ਦੂਜੇ ਨੂੰ ਵੀ, ਉਹ ਅਸੀਂ ਜਦੋਂ ਆਪਸ 'ਚ ਬੈਠਦੇ ਹਾਂ ਤੇ ਫਿਰ ਉਹ ਜਿਹੜੇ ਨੁਕਤੇ ਜਿਹੜੇ ਹੈਗੇ ਅਸੀਂ ਵੀ ਜਾਣ ਜਾਂਦੇ ਹਾਂ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਬਹੁਤ ਇੱਕ ਸੇਧ ਮਿਲਦੀ ਹੈ ਸਾਰਿਆਂ ਨੂੰ। ਸਾਡੇ ਇਸ ਪ੍ਰੋਗਰਾਮ ਤੋਂ ਵੀ ਕੌਮ ਨੂੰ ਜਾਂ ਕੌਮ ਦੇ ਦਰਦੀਆਂ ਨੂੰ ਬਹੁਤ ਜ਼ਿਆਦਾ ਸੇਧ ਮਿਲੀ ਹੋਊਗੀ, ਕਿਉਂਕਿ ਇਹ ਚੀਜ਼ ਦਾ ਵਿਚਾਰ ਕਰਨਾ ਜਿਹੜਾ ਨਾ ਬੜਾ ਜ਼ਰੂਰੀ ਹੈ। ਭਾਈ ਦਿਲਬਾਗ ਸਿੰਘ ਜੀ, ਹੁਣ ਤੁਸੀਂ ਮੈਨੂੰ ਆਪਣੇ ਆਖਰੀ ਸ਼ਹੀਦਾਂ ਉਹ ਜਿਹੜੇ ਸ਼ਹੀਦ ਹੋਏ ਆ ਛੋਟੇ ਘੱਲੂਘਾਰੇ ਦੇ ਵਿੱਚ, ਉਹਦੇ ਸ਼ਹੀਦਾਂ ਨੂੰ ਤੁਸੀਂ ਆਪਣਾ ਆਖਰੀ ਜਿਹੜਾ ਹੈਗਾ ਉਹਨਾਂ ਦੇ ਨਾਮ ਦੇ ਉੱਤੇ ਆਪਣਾ ਸੁਨੇਹਾ ਜਿਹੜਾ ਹੈਗਾ ਸਾਡੇ ਬਾਬਤ ਜਿਹੜਾ ਰੱਖੋ ਤੁਸੀਂ। ਆਖਰੀ ਮੈਂ ਇਹੀ ਬੇਨਤੀ ਕਰਾਂਗਾ ਜੀ ਕਿ ਸਾਡੀ ਕੌਮ ਦਾ ਵਿਰਸਾ ਜਿਹੜਾ ਹੈ ਬੜਾ ਸ਼ਾਨਾ ਮੱਤਾ ਇਤਿਹਾਸ ਹੈ। ਸ਼ਹੀਦ ਗੰਜ ਸਾਡੀ ਕੌਮ ਦੇ ਵਿੱਚ ਨੇ, ਸੀਸ ਗੰਜ ਸਾਡੀ ਕੌਮ ਦੇ ਵਿੱਚ ਨੇ, ਇਸੇ ਤਰ੍ਹਾਂ ਘੱਲੂਘਾਰੇ ਸਾਡੀ ਕੌਮ ਵਿੱਚ ਵਾਪਰੇ ਨੇ। ਭਗਤਾਂ ਦਾ, ਗੁਰਸਿੱਖਾਂ ਦਾ, ਸ਼ਹੀਦਾਂ ਦਾ, ਮਹਾਨ ਗੁਰੂਆਂ ਦਾ ਸਾਡਾ ਬੜਾ ਸ਼ਾਨਾ ਮੱਤਾ ਇਤਿਹਾਸ ਤੇ ਵਿਰਸਾ ਹੈ ਤੇ ਗੁਰਬਾਣੀ ਦਾ ਅਮੋਲਕ ਸਾਡੇ ਕੋਲ ਖਜ਼ਾਨਾ ਹੈ। ਤੇ ਮੇਰੀ ਇਹੀ ਬੇਨਤੀ ਹੈ ਜਿਹੜੇ ਪਰਿਵਾਰਾਂ ਵਿੱਚ ਵੀ ਇਸ ਵੇਲੇ ਸੁਣ ਰਹੇ ਨੇ, ਖਾਸ ਕਰਕੇ ਪੰਜਾਬੀ ਪਰਿਵਾਰਾਂ ਨੂੰ ਮੇਰੀ ਬੇਨਤੀ ਹੈ, ਦੁਨੀਆ ਭਰ ਜਿੱਥੇ ਵੀ ਕੋਈ ਸੁਣ ਰਿਹਾ ਹੈ, ਕਿਸੇ ਭੈਣ ਨੂੰ, ਕਿਸੇ ਵੀਰ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਹੈ ਕਿ ਗੁਰਬਾਣੀ ਨਾਲ ਜੁੜੀਏ ਵੱਧ ਤੋਂ ਵੱਧ ਸਮਾਂ ਕੱਢ ਕੇ। ਤੇ ਗੁਰਬਾਣੀ ਨਾਲ ਜੁੜਨਾ ਕਿਵੇਂ? ਪ੍ਰੈਕਟੀਕਲ ਰੂਪ ਦੇ ਵਿੱਚ, ਅਮਲੀ ਰੂਪ ਦੇ ਵਿੱਚ ਗੁਰਬਾਣੀ ਨੂੰ ਇੱਕ ਵਾਰ ਜੀ ਕੇ ਵੇਖੀਏ, ਕਿਉਂਕਿ ਗੁਰੂ ਸਾਹਿਬ ਦਾ ਵਚਨ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜੇ ਉਹ ਬਜ਼ੁਰਗ ਸਾਡੇ ਗੁਰਬਾਣੀ ਵਾਂਗ ਜਿਉਂਦੇ ਸਨ ਤੇ ਉਹਨਾਂ ਦਾ ਇਤਿਹਾਸ ਹੈ ਅੱਜ ਸਾਡੇ ਕੋਲ। ਇਸੇ ਤਰ੍ਹਾਂ ਘੱਟੋ ਘੱਟ ਅਸੀਂ ਆਪਣੇ ਬੱਚਿਆਂ ਨੂੰ ਚੰਗਾ ਕਿਰਦਾਰ, ਵਿਵਹਾਰ ਤੇ ਚੰਗੇ ਵਿਚਾਰ ਤਾਂ ਗੁਰਬਾਣੀ ਤੇ ਸਾਡੇ ਕੋਲ ਨੇ, ਤੇ ਚੰਗਾ ਆਪਣਾ ਵਿਵਹਾਰ ਤੇ ਕਿਰਦਾਰ ਜਿਹੜਾ ਹੈ ਉਹਨੂੰ ਤਿਆਰ ਕਰਕੇ ਸੰਸਾਰ ਦੇ ਵਿੱਚ ਐਸਾ ਇੱਕ ਜੀਵਨ ਜੀ ਕੇ ਜਾਣਾ ਹੈ। ਇਹ ਸਾਡੇ ਬਜ਼ੁਰਗਾਂ ਨੇ ਆਪਣੇ ਸਿਰ ਵਾਰ ਕੇ ਸਾਨੂੰ ਇਹ ਸੋਹਣਾ ਇਤਿਹਾਸ ਦਿੱਤਾ ਹੈ, ਸੋਹਣੇ ਸਮਾਜ ਦੀ ਸਿਰਜਣਾ ਕਰਕੇ ਦਿੱਤੀ ਹੈ। ਕਿਉਂਕਿ ਅਣਖ ਗੈਰਤ ਵਾਲਾ ਤੇ ਚੜ੍ਹਦੀ ਕਲਾ ਵਾਲਾ ਇਹ ਸਾਡਾ ਘੱਲੂਘਾਰਿਆਂ ਦਾ ਇਤਿਹਾਸ ਹੈ। ਇਹਦੇ ਚੋਂ ਢਹਿੰਦੀ ਕਲਾ ਨਹੀਂ ਮਿਲਦੀ, ਇਹਦੇ ਚੋਂ ਚੜ੍ਹਦੀ ਕਲਾ ਸਾਨੂੰ ਮਿਲਦੀ ਹੈ ਤੇ ਇਹ ਚੜ੍ਹਦੀ ਕਲਾ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਬਰਕਰਾਰ ਰੱਖਣਾ ਹੈ। ਮੇਰੀ ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਆਖਰੀ ਬੇਨਤੀ ਹੈ ਸਰਦਾਰ ਮੇਘਰਾਜ ਸਿੰਘ ਜੀ ਦਾ, ਵੀਰ ਮਨਦੀਪ ਸਿੰਘ ਜੀ ਤੁਹਾਡਾ, ਇਹ ਭੈਣ ਜੀ ਦਾ, ਤੇ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦਾ ਖਾਸ ਕਰਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਅਨਮੇਸ਼ਵਰ ਕੌਰ ਜੀ, ਤੁਸੀਂ ਆਪਣੇ ਵਿਚਾਰ ਰੱਖੋ ਇਸ ਸੰਬੰਧ ਦੇ ਵਿੱਚ, ਆਪਣੇ ਇਹ ਤੋਂ ਆਪਾਂ ਨੂੰ ਸੇਧ ਤੇ ਇਹ ਤੋਂ ਆਪ ਆਪਣੇ ਵਿਚਾਰ ਆਪਣੇ ਜਿਹੜੇ ਹੈਗੇ ਆ ਸੰਬੰਧ ਵਿੱਚ ਆਖਰੀ ਵਿਚਾਰ ਜਿਹੜੇ ਹੈਗੇ ਇਸ ਪ੍ਰੋਗਰਾਮ ਦੇ ਸੰਬੰਧ ਚ ਰੱਖੋ। ਸਿੰਘਣੀਆਂ ਬਾਰੇ ਜਿਹੜੀ ਗੱਲ ਹੋ ਰਹੀ ਸੀ, ਮੇਰੀ ਜਿੰਨੀ ਮੈਨੂੰ ਸਮਝ ਹੈ ਇਤਿਹਾਸ ਦੀ, ਮੈਨੂੰ ਗਿਆਨ ਨੇ ਜਿੰਨਾ ਵੀ ਥੋੜਾ ਬਹੁਤਾ ਉਹਦੇ ਬਾਰੇ ਦੱਸਦੇ। ਸਿੰਘਣੀਆਂ ਸਿੰਘਾਂ ਨੂੰ ਖਾਣਾ ਬਣਾ ਕੇ ਉਹਨਾਂ ਦਾ ਮੋਰਾਲ ਉੱਚਾ ਕਰਨ ਲਈ ਉਹਨਾਂ ਨੂੰ ਭੇਜਦੀਆਂ ਰਹੀਆਂ, ਉਹਨਾਂ ਨੂੰ ਬੂਸਟ ਅਪ ਕਰਦੀਆਂ ਸੀ, ਜਿਹਦੇ ਕਰਕੇ ਸਿੰਘ ਇੰਨਾ ਅੱਗੇ ਵੱਧ ਸਕੇ। ਉਹਨਾਂ ਹੀ ਸਿੰਘਣੀਆਂ ਨੇ ਯੋਗਦਾਨ ਦਿੱਤਾ। ਔਰ ਸਾਨੂੰ ਆਪਣਾ ਸਾਡਾ ਵਿਰਸਾ ਬਹੁਤ ਅਮੀਰ ਹੈ। ਔਰ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਨਾਲ ਜੋੜਨ ਲਈ ਕਿਹਾ, ਗੁਰਬਾਣੀ ਨਾਲ ਜੁੜਨ ਲਈ ਕਿਹਾ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਆਪਣਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਔਰ ਖਾਸ ਕਰਕੇ ਵੌਇਸ ਆਫ ਮਾਨਵਤਾ ਦਾ, ਜਿਨ੍ਹਾਂ ਨੇ ਇਹਨੇ ਸ਼ਾਰਟ ਨੋਟਿਸ ਦੇ ਵਿੱਚ ਸਾਨੂੰ ਬੁਲਾਇਆ ਔਰ ਸਭ ਨੇ ਆਪਣੇ ਆਪਣੇ ਇੰਨੇ ਵਧੀਆ ਵਿਚਾਰ ਪੇਸ਼ ਕੀਤੇ ਔਰ ਸਾਨੂੰ ਕੁਝ ਸਿੱਖਣ ਨੂੰ ਮਿਲਿਆ, ਸਾਡੇ ਕੁਝ ਗਿਆਨ ਵਿੱਚ ਵਾਧਾ ਹੋਇਆ। ਸਿੱਖੀਜ਼ਮ ਬਾਰੇ ਜਾਣਨ ਬਾਰੇ ਸਾਨੂੰ ਜਾਣਨ ਦਾ ਹੋਰ ਮੌਕਾ ਮਿਲਿਆ। ਔਰ ਰਜਿੰਦਰ ਵੀਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਬਹੁਤ ਥੋੜੇ ਟਾਈਮ ਚ ਮੈਂ ਉਹਨਾਂ ਨੂੰ ਕਿਹਾ, ਫਟਾਫਟ ਮੇਰੀ ਗੱਲ ਮੰਨ ਗਏ ਔਰ ਉਹਨਾਂ ਨੇ ਆ ਕੇ ਆਪਣੇ ਬਹੁਮੁੱਲੇ ਵਿਚਾਰ ਦਿੱਤੇ, ਜਿਹਦੇ ਨਾਲ ਸਾਡੇ ਗਿਆਨ ਵਿੱਚ ਹੋਰ ਵਾਧਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਵੀ ਕੌਮਾਂ ਜਿਹੜੀਆਂ ਹੈਗੀਆਂ, ਜਿਹੜੀਆਂ ਕੌਮਾਂ ਕੁਰਬਾਨੀਆਂ ਕਰਦੀਆਂ ਨੇ ਉਹ ਕੌਮਾਂ ਜਿੰਦੀਆਂ ਨੇ। ਜਿੱਦਾਂ ਸਰਦਾਰ ਮੇਘਰਾਜ ਸਿੰਘ ਜੀ ਗੱਲ ਵੀ ਕਰਦੇ ਹੁੰਦੇ ਆ ਵੀ ਸਾਡਾ ਜਿਹੜਾ ਚੈਨਲ ਆ ਨਾ,
ਇਹ ਆਤਮਾ ਦੇ ਤੌਰ ਤੇ ਜਿਹੜੇ ਇਨਸਾਨ ਜੀਂਦੇ ਆ ਨਾ, ਇਹ ਉਹਨਾਂ ਦੇ ਵਾਸਤੇ ਆ ਜਿਹੜੇ ਆਤਮਾ ਦੇ, ਸਰੀਰ ਦੇ ਤੌਰ ਤੇ ਸਾਰੇ ਜੀਂਦੇ ਆ ਅਸੀਂ, ਮਗਰ ਆਤਮਿਕ ਤੌਰ ਤੇ ਸੱਚਾਈ ਦੇ ਵਾਸਤੇ ਜਿਹੜਾ ਨਾ ਸੱਚ ਦੇ ਰਾਹ ਦੇ ਉੱਤੇ ਚੱਲਣਾ ਤੇ ਉਹਦੇ ਵਾਸਤੇ ਜੀਣਾ, ਇੱਕ ਜਿੰਦਾ ਲੋਕਾਂ ਦੀ ਪਹਿਚਾਣ ਜਿਹੜੀ ਹੈਗੀ ਨਾ, ਉਹਦੇ ਉੱਤੇ ਅਸੀਂ ਇਹ ਸਾਡੀ ਸੋਚ ਹੈ ਵੀ ਉਹਨਾਂ ਨੂੰ ਇਕੱਠਾ ਕੀਤਾ ਜਾਵੇ। ਜਿਹੜੇ ਜ਼ਮੀਰ ਤੌਰ ਦੇ ਉੱਤੇ ਜਾਗਦੇ ਆ, ਜਿਨ੍ਹਾਂ ਦੀ ਜ਼ਮੀਰ ਜਾਗਦੀ ਆ, ਉਹਨਾਂ ਨੂੰ ਜਿਹੜਾ ਹੈਗਾ ਆ ਇੱਥੇ ਰੱਖਿਆ ਜਾਵੇ, ਜਾਂ ਉਹਨਾਂ ਦੀ ਹੀ ਗੱਲ ਕੀਤੀ ਜਾਵੇ ਜਿਨ੍ਹਾਂ ਦੀਆਂ ਜ਼ਮੀਰਾਂ ਹਮੇਸ਼ਾ ਜੀਂਦੀਆਂ ਰਹੀਆਂ। ਕਿਉਂਕਿ ਮਰੀਆਂ ਜ਼ਮੀਰਾਂ ਵਾਲੇ ਲੋਕ ਬਹੁਤ ਪੂਰੇ ਸੰਸਾਰ ਦੇ ਵਿੱਚ ਫੈਲੇ ਹੋਏ ਆ, ਸਾਡੇ ਦੇਸ਼ ਦੇ ਵਿੱਚ ਵੀ ਜਾਂ ਕਿਤੇ ਵੀ ਕਹਿ ਲਓ, ਉਹਨਾਂ ਦੀ ਕਮੀ ਨਹੀਂ ਹੈ, ਮਗਰ ਜਿਉਂਦੀ ਜ਼ਮੀਰ ਵਾਲੇ ਲੋਕ ਜਿਹੜੇ ਹੈਗੇ ਨਾ ਉਹ ਬਹੁਤ ਘੱਟ ਹੈ ਤੇ ਬਹੁਤ ਵਿਰਲੇ ਹੈ। ਤੇ ਸਾਡਾ ਵਾਇਸ ਆਫ ਮਾਨਵਤਾ ਦਾ ਇਹੀ ਮਕਸਦ ਹੈ ਕਿ ਇੱਕ ਜੀਂਦੇ ਜ਼ਮੀਰ ਵਾਲੇ ਜਿਹੜੇ ਇਤਿਹਾਸ ਬਣਾ ਕੇ ਗਏ, ਉਹਨਾਂ ਦੀ ਗੱਲ ਕੀਤੀ ਜਾਵੇ, ਤੇ ਇੱਕ ਉਹ ਜਿਹੜੇ ਜ਼ਮੀਰ ਤੋਂ ਸੇਧ ਲੈ ਕੇ ਅੱਜ ਦੇ ਸਮੇਂ ਵਿੱਚ ਜਿਹੜੀ ਕੌਮ ਦੀ ਸੇਵਾ ਕਰ ਰਹੇ ਆ, ਉਹਨਾਂ ਦੇ ਨਾਲ ਜਿਹੜਾ ਹੈਗਾ ਆ ਸੰਬੰਧ ਬਣਾ ਕੇ ਉਹਨਾਂ ਨੂੰ ਅਸੀਂ ਇਕੱਠੇ ਬਹਿ ਕੇ ਅੱਗੇ ਆਉਣ ਵਾਲੀਆਂ ਕੌਮ ਨੂੰ ਜਿਹੜੀਆਂ ਹੈਗੀਆਂ ਜਿਹੜੇ ਸਾਡੇ ਚੈਲੰਜ ਹੈ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਸਾਰੇ ਜਣੇ ਬਹਿ ਕੇ ਅਸੀਂ ਵਿਚਾਰ ਚਰਚਾ ਕਰ ਸਕੀਏ। ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਵੀ ਆਪਣੇ ਜਿਹੜੇ ਹੈਗੇ ਆ ਆਪਣੇ, ਅਸੀਂ ਵਿਚਾਰਾਂ ਦੀ ਕੰਕਲੂਜਨ ਕਰੀਏ ਹੁਣ, ਤੇ ਤੁਸੀਂ ਆਪਣੇ ਵਿਚਾਰ ਅੰਤ ਦੇ ਵਿੱਚ ਤੇ ਫਿਰ ਆਪਾਂ ਸਮਾਪਤੀ ਕਰੀਏ। ਮੈਂ ਤੇ ਜ਼ਰੂਰ ਕਹਾਂਗਾ ਜੀ, ਮੈਂ ਤੇ ਹਮੇਸ਼ਾ ਮੈਂ ਪੋਜ਼ਿਟਿਵ ਸੋਚ ਲੈ ਕੇ ਚੱਲਦਾ, ਔਰ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਹਰ ਪੋਜ਼ਿਟਿਵ ਸੋਚ ਦਿੱਤੀ ਹੈ। ਅੱਜ ਅਗਰ ਉਸ ਪੋਜ਼ਿਟਿਵ ਸੋਚ ਦਾ ਨਤੀਜਾ ਹੈ ਕਿ ਸਿੱਖ ਨਿਰਭਉ ਚ ਵਿਚਰਦਾ, ਉਹਦੇ ਵਿੱਚ ਉਹਦਾ ਸਭ ਤੋਂ ਵੱਡਾ ਜੀਵਨ ਜਿਹੜਾ ਉਦਾਹਰਣ ਹੈ ਮੈਂ ਤੁਹਾਨੂੰ ਦਿੰਦਾ। ਅੱਜ ਦਿੱਲੀ ਦੇ ਵਿੱਚ ਜਦੋਂ ਪਿਛਲੇ 15 ਦਿਨਾਂ ਚ 30-20 ਦਿਨਾਂ ਦੇ ਅੱਜ ਤੋਂ ਕਰੀਬ 15 ਦਿਨ ਪਹਿਲੇ ਜਦੋਂ ਦਿੱਲੀ ਦੇ ਵਿੱਚ ਬਹੁਤ ਮਹਾਂਮਾਰੀ 15 ਅਪ੍ਰੈਲ ਤੋਂ ਲੈ ਕੇ ਤੇ 3-4 ਮਈ ਤੱਕ ਮਹਾਂਮਾਰੀ ਦਾ ਬਹੁਤ ਜ਼ਿਆਦਾ ਜ਼ੋਰ ਸੀ। ਉਸ ਮਹਾਂਮਾਰੀ ਦੇ ਜ਼ੋਰ ਦੇ ਵਿੱਚ ਜਦੋਂ ਕਾਲਾ ਬਾਜ਼ਾਰੀ, ਇੱਕ ਤਰਫ ਦਿੱਲੀ ਦੇ ਵਿੱਚ ਕਾਲਾ ਬਾਜ਼ਾਰੀ ਸੀ ਆਕਸੀਜਨ ਦੀ, ਤੇ ਇੱਕ ਤਰਫ ਸਿੱਖ ਸੀ ਜਿਨ੍ਹਾਂ ਨੇ ਆਕਸੀਜਨ ਫ੍ਰੀ ਕਰਤੀ ਲੋਕਾਂ ਨੂੰ, ਤੇ ਉਹ ਲੋਕਾਂ ਦੀ ਜਾਨ ਬਚਾਈ। ਤੇ ਅਗਰ ਏਦਾਂ ਦੇ ਅਸੀਂ ਅਖਲਾਕ ਰੱਖਾਂਗੇ, ਮਾਨਵਤਾ ਦੀ ਅਸੀਂ ਸੇਵਾ ਕਰਦੇ ਹਾਂ, ਤੇ ਇਹ ਜੇ ਇੰਨੇ ਨਿਰਭਉ ਹੋ ਕੇ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸੀ, ਦਿੱਲੀ ਦੇ ਲੋਕ ਲਾਕਡਾਊਨ ਨਾਲ ਨਹੀਂ ਦਿੱਲੀ ਦੇ ਲੋਕ ਰੁਕੇ, ਦਿੱਲੀ ਦੇ ਲੋਕ ਦਹਿਸ਼ਤ ਨਾਲ ਰੁਕ ਗਏ ਸੀ ਘਰਾਂ ਦੇ ਵਿੱਚ। ਉਹਨਾਂ ਔਖੇ ਸਮਿਆਂ ਦੇ ਵਿੱਚ ਸਿੱਖਾਂ ਨੇ ਬਾਹਰ ਨਿਕਲ ਕੇ ਜਿੱਦਾਂ ਕਰੋਨਾ ਪੇਸ਼ੈਂਟ ਦਾ ਉਹਨਾਂ ਦੀ ਲੜਾਈ ਲੜੀ, ਉਹ ਸਾਡੀ ਵਿਰਸੇ ਦੀ ਲੜਾਈ ਹੈ। ਸਾਡੀ ਕੌਮ ਨੇ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਡੇ ਇਸ ਘੱਲੂਘਾਰਿਆਂ ਨੂੰ ਝੇਲ ਕੇ, ਸੰਤਾਪ ਉਡਾ ਕੇ ਸਾਨੂੰ ਜੋ ਇੱਕ ਨਿਰਭਉ ਦਾ ਮੈਸੇਜ ਦਿੱਤਾ ਹੈ, ਗੁਰੂ ਸਾਹਿਬ ਤੋਂ ਜਿਹੜਾ ਚੱਲਦਾ ਉਹ ਤੇ ਪਹਿਰਾ ਦਿੱਤਾ ਹੈ, ਉਸ ਤਰ੍ਹਾਂ ਹੀ ਅੱਜ ਇਹਨਾਂ ਲੋਕਾਂ ਨੇ ਵੀ ਇਸ ਕੌਮ ਦੇ ਉੱਤੇ ਪਹਿਰਾ ਦਿੱਤਾ ਹੈ। ਇਹਨਾਂ ਸ਼ਬਦਾਂ ਨਾਲ ਮੈਂ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਆਪ ਸਭ ਦਾ ਧੰਨਵਾਦ ਕਰਦਾ, ਸਪੀਕਰ ਦਾ ਵੀ ਔਰ ਮੇਘਰਾਜ ਜੀ ਦਾ ਵੀ, ਔਰ ਐਂਕਰ ਸਾਹਿਬ ਤੁਹਾਡਾ ਵੀ, ਸੰਦੀਪ ਸਿੰਘ ਜੀ, ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਵਿਚਾਰ, ਬੜੀ ਖੁਸ਼ੀ ਹੋਈ ਹੈ ਵੀ ਅਸੀਂ ਸਭ ਨੇ ਮਿਲ ਕੇ ਇਹ ਚੀਜ਼ ਦਾ ਵਿਚਾਰ ਵੀ ਕੀਤਾ, ਤੇ ਆਸ ਰੱਖਦੇ ਹਾਂ ਕਿ ਸ਼ਨੀਚਰਵਾਰ ਦਾ ਜਿਹੜਾ 9 ਤੋਂ 10 ਸਾਡਾ ਹਮੇਸ਼ਾ ਪੱਕਾ ਹੀ ਸਮਾਂ ਹੁੰਦਾ। ਭਾਈ ਦਿਲਬਾਗ ਸਿੰਘ ਜੀ ਤਾਂ ਤਕਰੀਬਨ ਅਸੀਂ, ਸਾਡਾ ਇਹ ਆ ਵੀ ਸਾਨੂੰ ਹੁਣ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ, ਅਸੀਂ ਤਾਂ ਆਪਣੇ ਆਪ ਜੁੜ ਜਾਂਦੇ ਹਾਂ। ਤੇ ਤੁਹਾਡੇ ਤੋਂ ਵੀ ਇਹ ਆਸ ਕਰਦੇ ਹਾਂ ਕਿ ਸ਼ਨੀਚਰਵਾਰ ਦੇ ਪ੍ਰੋਗਰਾਮ ਵਿੱਚ ਸਾਡੇ 9 ਤੋਂ 10 ਵਿੱਚ ਤੁਸੀਂ ਜ਼ਰੂਰ ਟਾਈਮ ਕੱਢਿਆ ਕਰੋਗੇ, ਅਸੀਂ ਮਿਲ ਕੇ ਜਿਹੜੀਆਂ ਹੈਗੀਆਂ ਵਿਚਾਰਾਂ, ਕਿਉਂਕਿ ਕੋਸ਼ਿਸ਼ ਇਹ ਵੀ ਸਾਡੀ ਹੁੰਦੀ ਹੈ ਵੀ ਆਪਾਂ ਹਿੰਦੀ ਚ ਤੇ ਪੰਜਾਬੀ ਚ ਦੋਨਾਂ ਮਿਕਸ ਕਰਕੇ ਵਿਚਾਰਾਂ ਕਰੀਏ। ਤੇ ਬੜੀ ਖੁਸ਼ੀ ਹੋਈ ਕਿ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਸਾਡੇ ਨਾਲ ਵਿਚਾਰ ਦੇ ਵਿੱਚ ਸਾਂਝ ਪਾਈ ਹੈਗੀ ਆ। ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਜਿਹੜਾ ਹੈਗਾ ਇਸ ਪ੍ਰੋਗਰਾਮ ਦੀ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।